ਵਾਹਿਗੁਰੂ ਜੀ। ਅਪਰ ਥਾਨ ਹੀ ਮਰ ਕਰ ਰਹੇ, ਹਮਰੀ ਨੇ ਸਮੀਪਤਾ ਲਹੇ। ਅਪਰ ਥਾਨ ਹੀ ਮਰ ਕਰ ਰਹੇ, ਹਮਰੀ ਨੇ ਸਮੀਪਤਾ ਲਹੇ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਇਕ ਦੁਤੀ ਗੁਰੂ ਨਾਨਕ ਦੇਵਾ, ਓੰਕਾਰ ਗੁਰ ਅੰਗਦ ਪੀਵਾ। ਸਤਨਾਮ ਗੁਰ ਅਮਰ ਪਿਆਰੀ, ਕਰਤਾ ਰਾਮਦਾਸ ਨਿਰਵਾਰੀ। ਪੁਰਖ ਸ਼੍ਰੀ ਅਰਜਨ ਸੁਖਦਾਨੀ, ਨਿਰਭਉ ਹਰਿ ਗੋਬਿੰਦ ਬਖਾਨੀ। ਨਿਰਵੈਰ ਗੁਰੂ ਹੈ ਸ਼੍ਰੀ ਹਰਿ ਰਾਈ, ਅਕਾਲ ਮੂਰਤ ਹਰਿ ਕ੍ਰਿਸ਼ਨ ਧਿਆਈ। ਅਜੂਨੀ ਤੇਗ ਬਹਾਦਰ ਰਾਈ, ਸੈਭੰ ਸ਼੍ਰੀ ਦਸ਼ਮੇਸ਼ ਸਹਾਈ। ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨਾ, ਵਾਹਿਗੁਰੂ ਬੰਦਨ ਭਗਵਾਨਾ। ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਆਪ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜਿਓਂ ਚੱਲ ਕਰਕੇ ਮਹਾਂਪੁਰਖਾਂ ਦੇ ਪਾਵਨ ਪਵਿੱਤਰ ਅਸਥਾਨ ਅਥਵਾ ਗੁਰੂ ਬਾਬਾ ਜੀਆਂ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ, ਸਭ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਲਵਾਉਣ ਦੇ ਵਾਸਤੇ ਚਿੱਤ ਬਿਰਤੀ ਨੂੰ ਬਾਹਰੋਂ ਇਕਾਗਰ ਕਰਨ ਦੀ ਖੇਚਲ ਕਰੋ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਨਿਵਾਸ ਰੱਖਦੇ ਹਨ। ਬੇਅੰਤ ਸਿੱਖ ਸੰਗਤਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰ ਹੁੰਦੇ ਹਨ। ਦਰਸ਼ਨਾਂ ਤੋਂ, ਸੇਵਾ ਤੋਂ ਅਤੇ ਸਤਿਗੁਰੂ ਮਹਾਰਾਜ ਜੀਆਂ ਦੇ ਪਵਿੱਤਰ ਅੰਮ੍ਰਿਤਮਈ ਬਚਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਦੇ ਹਨ। ਸਾਧ ਸੰਗਤ ਇਸੇ ਤਰ੍ਹਾਂ ਹੀ ਬੇਅੰਤ ਸਿੱਖ ਸੰਗਤਾਂ ਲਾਭ ਪ੍ਰਾਪਤ ਕਰਦੀਆਂ ਹਨ। ਤਾਂ ਸਮੇਂ ਦੇ ਅਨੁਸਾਰ ਦਿਲਾਵਰ ਖਾਂ, ਜਿਸ ਨੇ ਆਪਣਾ ਪੁੱਤਰ ਬਹੁਤ ਸਾਰੀ ਸੈਨਾ ਦੇ ਕੇ ਗੁਰੂ ਮਹਾਰਾਜ ਜੀਆਂ ਦੇ ਵੱਲ ਚੜ੍ਹਾਈ ਕਰਕੇ ਭੇਜਿਆ, ਤਾਂ ਦਿਲਾਵਰ ਖਾਂ ਦਾ ਪੁੱਤਰ ਬੜੀ ਸੈਨਾ ਨੂੰ ਲੈ ਕੇ ਜਦ ਸਤਿਗੁਰੂ ਮਹਾਰਾਜ ਜੀਆਂ ਦੇ ਪਾਸ ਆਇਆ, ਤਾਂ ਇਸ ਅਸਥਾਨ ਤੋਂ ਕੁਝ ਦੂਰੀ 'ਤੇ ਹੀ ਦਰਿਆ ਤੋਂ ਪਾਰਲੀ ਸਾਈਡ ਹੀ ਉੱਥੇ ਹੀ ਆਪਣੇ ਡੇਰੇ ਲਾਏ। ਤਾਂ ਉਸ ਸਮੇਂ ਸਖਤ ਸਰਦੀ ਦਾ ਮੌਸਮ ਸੀ, ਬੜੀ ਠੰਡ ਪੈ ਰਹੀ ਸੀ। ਜਦ ਰਾਤ ਦੇ ਸਮੇਂ ਦਰਿਆ ਤੋਂ ਪਾਰਲੇ ਕਿਨਾਰੇ ਇਹਨਾਂ ਦੇ ਡੇਰੇ ਲੱਗੇ ਤੇ ਕਿਸੇ ਸੂਹੀਏ ਨੇ ਜਾ ਕੇ ਗੁਰੂ ਮਹਾਰਾਜ ਜੀਆਂ ਦੇ ਪਾਸ ਖਬਰ ਦੱਸ ਦਿੱਤੀ। ਪਹਿਲੇ ਸਤਿਗੁਰੂ ਮਹਾਰਾਜ ਜੀਆਂ ਦੇ ਅੱਗੇ ਜੋ ਡਿਊਟੀ ਤੇ ਪਹਿਰੇਦਾਰ ਸੀ ਉਹਨਾਂ ਦੇ ਪਾਸ ਦੱਸਿਆ। ਉਸਨੇ ਅੱਗੇ ਜਾ ਕੇ ਸਤਿਗੁਰਾਂ ਦੇ ਪਾਸ ਸਾਰੀ ਵਾਰਤਾ ਦੱਸੀ।
ਤਾਂ ਸਤਿਗੁਰੂ ਮਹਾਰਾਜ ਜੀਆਂ ਨੇ ਉਸੇ ਟਾਈਮ ਆਪਣੇ ਯੋਧੇ ਸੂਰਮਿਆਂ ਨੂੰ ਹੁਕਮ ਕੀਤਾ ਤਾਂ ਸਾਰੇ ਦੇ ਸਾਰੀ ਸੈਨਾ ਫੌਜ ਗੁਰੂ ਮਹਾਰਾਜ ਜੀਆਂ ਦੀ ਇੱਕਦਮ ਤਿਆਰ ਹੋ ਜਾਂਦੀ ਹੈ। ਤਾਂ ਜਦ ਸਤਿਗੁਰੂ ਮਹਾਰਾਜ ਜੀਆਂ ਦੀ ਸਾਰੀ ਫੌਜ ਤਿਆਰ ਹੋਈ, ਸਾਰਾ ਪਤਾ ਲਿਆ ਗਿਆ ਕਿ ਦੂਸਰੀ ਸਾਈਡ ਦਰਿਆ ਦੇ ਦਿਲਾਵਰ ਖਾਂ ਦਾ ਪੁੱਤਰ ਬੜੀ ਸੈਨਾ ਨੂੰ ਲੈ ਕੇ ਆਇਆ, ਜੋ ਮਨ ਦੇ ਵਿੱਚ ਇਹ ਇੱਛਾ ਧਾਰਦਾ ਕਿ ਮੈਂ ਆਨੰਦਪੁਰ ਸਾਹਿਬ ਨੂੰ ਲੁੱਟਾਂਗਾ ਔਰ ਗੁਰੂ ਮਹਾਰਾਜ ਜੀਆਂ 'ਤੇ ਜਿੱਤ ਪ੍ਰਾਪਤ ਕਰਾਂਗਾ। ਤਾਂ ਸਤਿਗੁਰੂ ਮਹਾਰਾਜ ਜੀਆਂ ਦੇ ਯੋਧੇ ਸੂਰਮੇ ਭਾਈ ਨੰਦ ਚੰਦ ਆਦਿ, ਭਾਈ ਦਇਆ ਰਾਮ ਪੁਰੋਹਿਤ, ਹੋਰ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀਆਂ ਦੇ ਭਾਣਜੇ, ਜਿਨ੍ਹਾਂ ਦੀ ਅੱਲ ਹੀ ਇਹ ਪੈ ਗਈ ਸੀ ਕਿ ਗੁਰੂ ਕੇ ਭਾਣਜੇ ਕਰਕੇ ਹੀ ਕਿਹਾ ਜਾਂਦਾ ਸੀ। ਤਾਂ ਹੋਰ ਵੱਡੇ ਵੱਡੇ ਯੋਧੇ ਸੂਰਮੇ ਜਦ ਬੜੀਆਂ ਫੌਜਾਂ ਨੂੰ ਲੈ ਕੇ ਮਾਰ ਵਕਾਰਾ ਕਰਦੇ ਹੋਏ ਉਧਰਲੇ ਪਾਸੇ ਨੂੰ ਗਏ, ਬੜੀਆਂ ਬੰਦੂਕਾਂ ਦੇ ਵਿੱਚੋਂ ਗੋਲੀਆਂ ਚਲਾਉਣੀਆਂ ਕੀਤੀਆਂ। ਜਦ ਰੌਲਾ ਗੌਲਾ ਬੜੀਆਂ ਫੌਜਾਂ ਦਾ ਇੱਧਰ ਤੁਰਕਾਂ ਦੀ ਫੌਜ ਨੇ ਸੁਣਨਾ ਕੀਤਾ ਤਾਂ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਦਿਲਾਵਰ ਖਾਂ ਦੇ ਪੁੱਤਰ ਨੂੰ ਤੁਰਕ ਸਮਝਾਉਣ ਲੱਗੇ ਕਿ ਦੇਖੋ, ਬੜੀ ਠੰਡ ਹੈ, ਬੜੀ ਸਰਦੀ ਦਾ ਮੌਸਮ ਹੈ ਔਰ ਸਰਦੀ ਦੇ ਕਾਰਨ ਆਪਣੀਆਂ ਫੌਜਾਂ ਦੇ ਸਭ ਦੇ ਹੱਥ ਪੈਰ ਬੜੇ ਸੁੰਨ ਹੋ ਚੁੱਕੇ ਹਨ। ਕਿਸੇ ਤੋਂ ਸ਼ਸਤਰ ਹਥਿਆਰ ਚੱਕੇ ਵੀ ਨਹੀਂ ਜਾਂਦੇ, ਸ਼ਸਤਰ ਚਲਾਉਣਗੇ ਕਿਵੇਂ? ਤੇ ਅੱਗੇ ਜੋ ਗੁਰੂ ਜੀ ਦੀ ਫੌਜ ਦਾ ਮਾਰ ਵਕਾਰਾ ਸੁਣਾਈ ਦੇ ਰਿਹਾ ਹੈ, ਰੌਲਾ ਗੌਲਾ, ਤੇ ਉਹ ਤੇ ਇਉਂ ਪ੍ਰਤੀਤ ਹੁੰਦੀ ਹੈ ਕਿ ਕਈ ਹਜ਼ਾਰ ਦੀ ਗਿਣਤੀ ਦੇ ਵਿੱਚ ਹੋਣਗੇ। ਔਰ ਜੇਕਰ ਗੁਰੂ ਜੀ ਦੀ ਫੌਜ ਨੇ ਆ ਕੇ ਆਪਣੇ 'ਤੇ ਹਮਲਾ ਕਰ ਦਿੱਤਾ ਤਾਂ ਕਹਿਣ ਲੱਗੇ ਕਿਸੇ ਵੀ ਤਰ੍ਹਾਂ ਆਪਾਂ ਗੁਰੂ ਜੀਆਂ ਤੋਂ ਜਿੱਤ ਨਹੀਂ ਸਕਾਂਗੇ। ਫਿਰ ਗੁਰੂ ਮਹਾਰਾਜ ਜੀਆਂ ਦੇ ਤੀਰ ਔਰ ਜਿਨ੍ਹਾਂ ਦੀ ਸ਼ੌਹਰਤ ਸਾਰੇ ਦੇਸ਼ ਦੇ ਵਿੱਚ ਬੜੀ ਫੈਲੀ ਹੋਈ ਹੈ ਔਰ ਜਿਨ੍ਹਾਂ ਦੀ ਬਾਬਤ ਸੁਣ ਕੇ ਵੱਡੇ ਵੱਡੇ ਯੋਧੇ ਸੂਰਮੇ ਵੀ ਅੱਗੇ ਨਹੀਂ ਖਲੋ ਸਕਦੇ ਹਨ। ਤਾਂ ਜੇਕਰ ਗੁਰੂ ਜੀਆਂ ਨੇ ਆ ਕੇ ਤੀਰ ਚਲਾਉਣਾ ਕੀਤੇ ਤੇ ਆਪਣੇ ਵਿੱਚੋਂ ਕੋਈ ਵੀ ਯੋਧਾ ਸੂਰਮਾ ਨਹੀਂ ਹੈ ਜਿਹੜਾ ਅੱਗੇ ਖੜ ਕੇ ਗੁਰੂ ਜੀਆਂ ਦਾ ਮੁਕਾਬਲਾ ਕਰ ਸਕੇ। ਦਿਲਾਵਰ ਖਾਂ ਦੇ ਪੁੱਤਰ ਰੁਸਤਮ ਖਾਂ ਨੂੰ ਇਹ ਸਭ ਕੁਝ ਸਮਝਾਉਣਾ ਕੀਤਾ। ਉਹ ਕਹਿਣ ਲੱਗੇ ਦੇਖੋ, ਭਲਾਈ ਇਸ ਦੇ ਵਿੱਚ ਹੀ ਹੈ ਕਿ ਜੇਕਰ ਆਪਾਂ ਵਾਪਸ ਹੀ ਚਲੇ ਜਾਈਏ, ਜੇਕਰ ਯੁੱਧ ਕਰਾਂਗੇ ਤੇ ਸਾਰੀ ਸੈਨਾ ਦਾ ਫੌਜ ਦਾ ਨੁਕਸਾਨ ਹੋਵੇਗਾ ਤੇ ਸਾਰੇ ਦੇਸ਼ ਦੇ ਵਿੱਚ ਤੁਹਾਡੀ ਵੀ ਬਦਨਾਮੀ ਹੋਵੇਗੀ ਕਿ ਦੇਖੋ ਚੜ੍ਹਾਈ ਕਰਕੇ ਗਏ ਸੀ ਗੁਰੂ ਜੀਆਂ ਦੇ ਉੱਪਰ ਤੇ ਉਸ ਸਥਾਨ 'ਤੇ ਸਾਰੀ ਫੌਜ ਮਰਵਾ ਕੇ ਆਪ ਵਾਪਸ ਆ ਗਏ ਜਾਂ ਕਿਤੇ ਆਪ ਵੀ ਮਾਰੇ ਜਾਣ ਦਾ ਖਤਰਾ ਹੈ। ਤਾਂ ਉਹਨਾਂ ਨੇ ਸੋਚਿਆ ਸਖਤ ਸਰਦੀ ਦੇ ਵਿੱਚ ਸਭ ਦੇ ਹੱਥ ਪੈਰ ਸੁੰਨ ਹੋ ਚੁੱਕੇ ਹਨ, ਹਥਿਆਰ ਚੱਕੇ ਵੀ ਨਹੀਂ ਜਾਂਦੇ, ਹਥਿਆਰ ਚਲਾਏ ਕਿਸ ਤਰ੍ਹਾਂ ਜਾਣਗੇ। ਤਾਂ ਦਿਲਾਵਰ ਖਾਂ ਦਾ ਪੁੱਤਰ ਇਹਨਾਂ ਤੁਰਕਾਂ ਦੇ ਨਾਲ ਸਲਾਹ ਕਰਕੇ ਵਾਪਸ ਹੀ ਦੌੜ ਜਾਂਦਾ ਹੈ। ਜਦ ਵਾਪਸ ਗਿਆ ਤਾਂ ਆਪਣੇ ਪਿਤਾ ਦੇ ਪਾਸ ਜਦ ਕਚਹਿਰੀ ਦੇ ਵਿੱਚ ਸਭਾ ਦੇ ਵਿੱਚ ਬੈਠਾ ਹੈ ਤੇ ਉਸ ਸਥਾਨ 'ਤੇ ਨੀਵੀਂ ਪਾ ਕੇ ਬੈਠ ਗਿਆ। ਉਹਨਾਂ ਨੇ ਸਾਰੀ ਗੱਲਬਾਤ ਪੁੱਛਣਾ ਕੀਤੀ ਕਿ ਤੁਸੀਂ ਚੜ੍ਹਾਈ ਕਰਕੇ ਗਏ ਸੀ, ਕੀ ਕਾਰਨ ਹੋਇਆ, ਕੀ ਗੱਲ ਹੋਈ? ਤਾਂ ਦੱਸਣ ਵਾਲਿਆਂ ਨੇ ਸਭ ਕੁਝ ਦੱਸ ਦਿੱਤਾ ਕਿ ਇਉਂ ਕਰਕੇ ਇਹ ਬਿਨਾਂ ਜੰਗ ਕੀਤੇ ਹੀ ਉੱਥੋਂ ਹਾਰ ਕੇ ਵਾਪਸ ਆ ਗਏ ਹਨ। ਤਾਂ ਉਸ ਟਾਈਮ ਦਿਲਾਵਰ ਖਾਂ ਦਾ ਇੱਕ ਗੁਲਾਮ ਹੁਸੈਨੀ ਨਾਮ ਕਰਕੇ, ਹੁਸੈਨ ਖਾਂ ਨਾਮ ਕਰਕੇ ਦਿਲਾਵਰ ਖਾਂ ਦਾ ਗੁਲਾਮ ਇਹ ਬੜੇ ਹੰਕਾਰ ਦੇ ਵਿੱਚ ਆਇਆ, ਕਹਿਣ ਲੱਗਾ ਕਿ ਦੇਖੋ ਜੀ, ਮੈਨੂੰ ਭੇਜੋ ਔਰ ਮੈਂ ਦੇਖ ਲਵਾਂਗਾ ਕਿ ਗੁਰੂ ਜੀ ਦੇ ਪਾਸ ਕਿੰਨੇ ਕੁ ਯੋਧੇ ਸੂਰਮੇ ਅਤੇ ਕਿੰਨੀ ਕੁ ਤਾਕਤ ਨੂੰ ਰੱਖਣ ਵਾਲੇ ਹਨ। ਤਾਂ ਆਪਣੇ ਹੀ ਇਸ ਨੇ ਬੜੇ ਮਾਣ ਹੰਕਾਰ ਦੀਆਂ ਗੱਲਾਂ ਕੀਤੀਆਂ ਕਿ ਮੇਰੇ ਨਾਲ ਇੰਨੀ ਸੈਨਾ ਹੋਵੇ, ਫੌਜ ਹੋਵੇ ਤੇ ਮੈਂ ਤੇ ਜਾਣਸਾਰ ਗੁਰੂ ਜੀਆਂ ਨੂੰ ਜਾਂ ਤੇ ਪਕੜ ਲਵਾਂਗਾ ਜਾਂ ਸ਼ਹੀਦ ਕਰ ਦੇਵਾਂਗਾ ਔਰ ਸਾਰਾ ਆਨੰਦਪੁਰ ਲੁੱਟ ਕੇ ਉਸ ਅਸਥਾਨ 'ਤੇ ਉਜਾੜ ਕਰ ਦੇਵਾਂਗਾ। ਇਹੋ ਜਿਹੀਆਂ ਗੱਲਾਂ ਕੀਤੀਆਂ ਤਾਂ ਦਿਲਾਵਰ ਖਾਂ 'ਤੇ ਬੜਾ ਖੁਸ਼ ਹੋਇਆ। ਤਾਂ ਉਸਨੇ ਉਸੇ ਟਾਈਮ ਹੁਸੈਨੀ ਨੂੰ, ਹੁਸੈਨ ਖਾਂ ਨੂੰ ਇਸ ਨੂੰ ਤਿਆਰ ਕੀਤਾ ਕਿ ਹੁਣ ਤੁਸੀਂ ਬਹੁਤ ਸਾਰੀ ਫੌਜ ਲੈ ਕੇ ਜਾਓ, ਵੱਡੇ ਵੱਡੇ ਯੋਧੇ ਸੂਰਮੇ ਲੈ ਕੇ ਜਾਓ ਤੇ ਗੁਰੂ ਜੀਆਂ ਦੇ ਉੱਪਰ ਜਿੱਤ ਪ੍ਰਾਪਤ ਕਰਕੇ ਆਉਣੀ ਹੈ। ਤਾਂ ਹੁਸੈਨੀ ਬਹੁਤ ਸਾਰੀ ਫੌਜ ਨੂੰ ਲੈ ਕੇ ਵੱਡੇ ਵੱਡੇ ਚੁਣਵੇਂ ਇਸ ਨੇ ਯੋਧੇ ਸੂਰਮੇ ਬਹਾਦਰ ਲਏ ਆਪਣੇ ਨਾਲ
ਤਾਂ ਬੜੇ ਭਾਰੀ ਲਸ਼ਕਰ ਦੇ ਸਮੇਤ ਸ਼੍ਰੀ ਅਨੰਦਪੁਰ ਸਾਹਿਬ ਦੇ ਵੱਲ ਰਵਾਨਾ ਹੋ ਜਾਂਦਾ ਹੈ। ਤਾਂ ਰਸਤੇ ਦੇ ਵਿੱਚ ਬਹੁਤ ਸਾਰੀ ਲੁੱਟ ਮਾਰ ਕਰਦਾ ਆਉਂਦਾ ਹੈ ਆਪਣੇ ਹੀ ਹੰਕਾਰ ਦੇ ਵਿੱਚ। ਬੜੇ ਪਿੰਡਾਂ ਦੇ ਵਿੱਚੋਂ ਖਾਹ ਮਖਾਹ ਹੀ ਬਿਨਾਂ ਹੀ ਕਾਰਨ ਤੋਂ ਲੁੱਟ ਸ਼ੁਰੂ ਕਰ ਦਿੰਦਾ ਹੈ। ਤਾਂ ਇਸ ਤਰ੍ਹਾਂ ਕਰਦੇ ਹੋਏ ਜਦ ਇਹ ਪਹਾੜੀ ਰਾਜਿਆਂ ਦੇ ਪਾਸ ਪਹੁੰਚਿਆ ਤੇ ਪਹਾੜੀ ਰਾਜਿਆਂ ਦੇ ਪਾਸ ਵੀ ਖਬਰਾਂ ਭੇਜ ਦਿੱਤੀਆਂ ਕਿ ਹੁਸੈਨੀ ਨੂੰ ਆ ਕੇ ਮਿਲੋ, ਅਰ ਜੋ ਧਨ ਆਦ ਲੈ ਕੇ ਮਿਲੇਗਾ ਆਪਣੀ ਫੌਜ ਨੂੰ, ਸੈਨਾ ਨੂੰ ਹੁਸੈਨੀ ਦੇ ਨਾਲ ਮਿਲਾਵੇਗਾ ਤਾਂ ਉਸ ਦਾ ਬੜਾ ਮਾਣ ਸਤਿਕਾਰ ਕੀਤਾ ਜਾਵੇਗਾ। ਜਿਹੜਾ ਧਨ ਆਦ ਲੈ ਕੇ ਨਹੀਂ ਮਿਲੇਗਾ ਤੇ ਉਸ ਦੀ ਰਾਜਧਾਨੀ ਨੂੰ ਖੋਹ ਲਿਆ ਜਾਵੇਗਾ, ਉਜਾੜ ਦਿੱਤਾ ਜਾਵੇਗਾ। ਤਾਂ ਜਦ ਪਹਾੜੀ ਰਾਜਿਆਂ ਨੇ ਦੇਖਿਆ ਕਿ ਹੁਸੈਨੀ ਦੇ ਨਾਲ ਤੇ ਬਹੁਤ ਲਸ਼ਕਰ ਹੈ, ਬੜੇ ਵੱਡੇ ਵੱਡੇ ਯੋਧੇ ਸੂਰਮੇ ਆਏ ਹਨ, ਤਾਂ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਰਾਜੇ ਉਹ ਤਿਆਰ ਹੋਏ ਬੜਾ ਧਨ ਲੈ ਕੇ ਅੱਗੇ ਹੋ ਕੇ ਹੁਸੈਨੀ ਨੂੰ ਮਿਲੇ। ਤਾਂ ਜਦ ਇਸ ਤਰ੍ਹਾਂ ਮਿਲੇ, ਜੋ ਪਹਾੜੀ ਰਾਜਿਆਂ ਦੇ ਵਿੱਚੋਂ ਭੀਮ ਚੰਦ ਕਰਕੇ ਮੁੱਖ ਸੀ ਇਹਨਾਂ ਦੇ ਵਿੱਚੋਂ, ਉਸਨੇ ਵੀ ਡਰਦੇ ਹੋਏ ਨੇ ਬਹੁਤ ਸਾਰਾ ਧਨ ਲੈ ਕੇ ਹੁਸੈਨੀ ਦੇ ਨਾਲ ਮਿਲਾਪ ਕਰ ਲਿਆ। ਤਾਂ ਇਹਨਾਂ ਪਹਾੜੀ ਰਾਜਿਆਂ ਦੀਆਂ ਬਹੁਤ ਸਾਰੀਆਂ ਫੌਜਾਂ ਉਹ ਵੀ ਹੁਸੈਨੀ ਦੇ ਨਾਲ ਮਿਲ ਗਈਆਂ। ਤਾਂ ਜਿੱਥੇ ਬੜਾ ਭਾਰੀ ਲਸ਼ਕਰ ਪਹਿਲੇ ਹੀ ਸੀ ਹੁਸੈਨੀ ਦਾ, ਤਾਂ ਹੋਰ ਵੀ ਬਹੁਤ ਸਾਰੀ ਫੌਜ ਦੇਖੀ ਤਾਂ ਹੁਸੈਨੀ ਹੋਰ ਵੀ ਬੜਾ ਗਰਵ ਦੇ ਵਿੱਚ ਆਇਆ, ਹੰਕਾਰ ਦੇ ਵਿੱਚ ਆਇਆ। ਹੰਕਾਰ ਦੇ ਵਿੱਚ ਆ ਕੇ ਹੋਰ ਵੱਡੀਆਂ ਵੱਡੀਆਂ ਗੱਲਾਂ ਕਰਨ ਲੱਗਿਆ ਕਿ ਦੇਖੋ ਜਿਹੜਾ ਵੀ ਰਾਜਾ ਮੈਨੂੰ ਆ ਕੇ ਨਹੀਂ ਮਿਲੇਗਾ ਮੈਂ ਉਸ ਨੂੰ ਉਜਾੜ ਦੇਵਾਂਗਾ, ਮਾਰ ਦੇਵਾਂਗਾ, ਉਸ ਦਾ ਸਾਰਾ ਰਾਜ ਭਾਗ ਲੁੱਟ ਲਵਾਂਗਾ। ਤਾਂ ਇਸ ਤੋਂ ਡਰਦੇ ਹੋਏ ਬੜੇ ਪਹਾੜੀ ਰਾਜੇ ਇਸ ਦੇ ਨਾਲ ਮਿਲੇ, ਭੀਮ ਚੰਦ, ਕਿਰਪਾਲ ਕਟੋਚੀਆ ਆਦਿ। ਤੇ ਇਹੀ ਵਿਚਾਰਾਂ ਕਰਦਾ ਹੈ ਕਿ ਮੈਂ ਹੁਣ ਥੋੜ੍ਹੇ ਹੀ ਦਿਨਾਂ ਦੇ ਵਿੱਚ ਗੁਰੂ ਮਹਾਰਾਜ ਜੀਆਂ ਦੇ ਉੱਪਰ ਜਾ ਕੇ ਹਮਲਾ ਕਰਾਂਗਾ। ਉਸ ਅਸਥਾਨ 'ਤੇ ਹੁਣ ਇੱਕ ਪਾਸਾ ਜ਼ਰੂਰ ਕਰਕੇ ਆਵਾਂਗਾ, ਜਾਂ ਤਾਂ ਗੁਰੂ ਜੀਆਂ 'ਤੇ ਜਿੱਤ ਪ੍ਰਾਪਤ ਕਰਾਂਗਾ, ਗੁਰੂ ਜੀਆਂ ਨੂੰ ਪਕੜ ਲਵਾਂਗਾ ਜਾਂ ਸ਼ਹੀਦ ਕਰ ਦੇਵਾਂਗਾ। ਜੇਕਰ ਮੇਰੇ ਤੋਂ ਇਹ ਕੁਝ ਨਾ ਹੋਇਆ ਤੇ ਭਾਵੇਂ ਮੈਨੂੰ ਆਪਣੇ ਪ੍ਰਾਣ ਤਿਆਗਣੇ ਪੈਣ, ਪਰ ਮੈਂ ਜਿਉਂਦੇ ਜੀ ਦਿਲਾਵਰ ਖਾਂ ਦੇ ਪੁੱਤਰ ਦੇ ਵਾਂਗ ਵਾਪਸ ਮੁੜ ਕੇ ਹਾਰ ਕੇ ਨਹੀਂ ਜਾਵਾਂਗਾ। ਤਾਂ ਇਸ ਤਰ੍ਹਾਂ ਦੀਆਂ ਵਿਚਾਰਾਂ ਹੋਈਆਂ। ਤਾਂ ਉਧਰ ਗੁਰੂ ਜੀਆਂ ਦੇ ਪਾਸ ਵੀ ਯੋਧੇ ਸੂਰਮਿਆਂ ਨੂੰ ਸਾਰੀ ਖਬਰ ਦਾ ਪਤਾ ਹੈ, ਕਿਉਂਕਿ ਸਤਿਗੁਰਾਂ ਦੇ ਯੋਧੇ ਸੂਰਮੇ ਉਹ ਵੀ ਸਾਰੀ ਖਬਰ ਰੱਖਦੇ ਸਨ। ਤਾਂ ਭਾਈ ਨੰਦ ਚੰਦ, ਦਇਆ ਰਾਮ ਪੁਰੋਹਿਤ ਗੁਰੂ ਜੀਆਂ ਦੇ ਭਾਣਜੇ ਔਰ ਹੋਰ ਬੜੇ ਗੁਰਸਿੱਖ ਸਤਿਗੁਰਾਂ ਦੇ ਪਾਸ ਬਚਨ ਵਿਲਾਸ ਕਰਦੇ ਹਨ ਕਿ ਸੱਚੇ ਪਾਤਸ਼ਾਹ ਤੁਸੀਂ ਤੇ ਬੜੇ ਨਿਸ਼ਚਿੰਤ ਹੋ ਕੇ ਬੈਠੇ ਹੋ, ਦੁਸ਼ਮਣਾਂ ਦੀਆਂ ਫੌਜਾਂ ਮਾਰੋ ਮਾਰ ਕਰਦੀਆਂ ਆ ਰਹੀਆਂ ਹਨ, ਇੱਕ ਦੋ ਦਿਨਾਂ ਦੇ ਵਿੱਚ ਉਹਨਾਂ ਨੇ ਆਨੰਦਪੁਰ ਦੇ ਉੱਪਰ ਹਮਲਾ ਕਰ ਦੇਣਾ ਹੈ, ਬੜਾ ਭਾਰੀ ਲਸ਼ਕਰ ਹੈ, ਪਰ ਤੁਸੀਂ ਕੋਈ ਵੀ ਤਿਆਰੀ ਨਹੀਂ ਕੀਤੀ ਹੈ। ਤਾਂ ਵਿੱਚੋਂ ਬਹੁਤ ਸਾਰੇ ਮਸੰਦ ਕਹਿਣ ਲੱਗੇ ਸੱਚੇ ਪਾਤਸ਼ਾਹ ਹੁਣ ਤੇ ਇਹੀ ਕਰਨਾ ਬਣਦਾ ਹੈ ਕਿ ਜਿਸ ਤਰ੍ਹਾਂ ਪਹਾੜੀ ਰਾਜੇ ਉਹ ਹੁਸੈਨੀ ਦੇ ਨਾਲ ਧਨ ਲੈ ਕੇ ਮਿਲੇ ਹਨ ਨਾ, ਆਪਾਂ ਵੀ ਬਹੁਤ ਸਾਰਾ ਧਨ ਲੈ ਕੇ ਹੁਸੈਨੀ ਦੇ ਨਾਲ ਮਿਲੀਏ ਔਰ ਉਸ ਨੂੰ ਉੱਥੋਂ ਹੀ ਧਨ ਦੇ ਕੇ ਵਾਪਸ ਕਰ ਦਈਏ। ਕੇਵਲ ਤੇ ਕੇਵਲ ਉਹ ਧਨ ਦਾ ਹੀ, ਪੈਸੇ ਦਾ ਹੀ ਭੁੱਖਾ ਹੈ, ਉੱਥੇ ਉਸ ਨੂੰ ਧਨ ਦੇ ਦਈਏ, ਵਾਪਸ ਕਰ ਦਈਏ। ਤਾਂ ਕੋਈ ਕਿਸ ਤਰ੍ਹਾਂ ਦੀਆਂ ਵਿਚਾਰਾਂ ਕਰਦਾ ਹੈ, ਕੋਈ ਕਿਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ। ਤਾਂ ਬਹੁਤ ਸਾਰੇ ਯੋਧੇ ਸਮੂਹ ਮੈਂ ਕਹਿਣ ਲੱਗੇ ਨਹੀਂ, ਆਪਾਂ ਉਸ ਹੁਸੈਨੀ ਦਾ ਮੁਕਾਬਲਾ ਕਰਨਾ ਹੈ। ਤਾਂ ਗੁਰੂ ਮਹਾਰਾਜ ਜੀਆਂ ਨੇ ਸਾਰਿਆਂ ਦੀਆਂ ਵਿਚਾਰਾਂ ਸੁਣ ਕੇ ਦੱਸਿਆ। ਬੜੇ ਗਰਜ ਕੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਕਿ ਭਾਈ ਦੇਖੋ, ਜਿਹੜੀ ਲਸ਼ਕਰ ਨੂੰ ਤੁਸੀਂ ਬੜਾ ਵੱਡਾ ਲਸ਼ਕਰ ਕਹਿੰਦੇ ਹੋ, ਵੱਡੀਆਂ ਫੌਜਾਂ ਤਕੜੇ ਯੋਧੇ ਸੂਰਮੇ ਕਹਿੰਦੇ ਹੋ ਨਾ, ਇਹਨਾਂ ਨੂੰ ਆਉਣ ਦੇ ਉੱਤੇ ਸਹੀ ਅੱਗੇ ਅਸੀਂ ਸਾਰਿਆਂ ਨੂੰ ਮਾਰ ਖਪਾ ਕੇ ਇੱਥੇ ਹੀ ਖਤਮ ਕਰ ਦੇਣਾ ਹੈ। ਔਰ ਜੋ ਕਹਿੰਦੇ ਹੋ ਵੱਡਾ ਲਸ਼ਕਰ ਹੈ, ਇਹਨਾਂ ਦਾ ਧਨ ਦੌਲਤ ਖੋਹ ਕੇ ਇਹਨਾਂ ਨੂੰ ਗਰੀਬ ਕੰਗਲਿਆਂ ਦੇ ਸਮਾਨ ਬਣਾ ਦੇਣਾ, ਸਾਡੇ ਯੋਧੇ ਸੂਰਮਿਆਂ ਨੂੰ, ਗੁਰਸਿੱਖਾਂ ਨੂੰ ਰਾਜ ਭਾਗ ਇਸ ਤਰ੍ਹਾਂ ਬਖਸ਼ ਦੇਣਾ ਹੈ। ਤਾਂ ਸਤਿਗੁਰੂ ਮਹਾਰਾਜ ਜੀਆਂ ਨੇ ਬਹੁਤ ਸਾਰੇ ਸੂਰਮਤਾਈ ਦੇ ਬਚਨ ਇਹਨਾਂ ਨੂੰ ਸੁਣਾਉਣਾ ਕੀਤੇ। ਫਿਰ ਸਤਿਗੁਰਾਂ ਦੱਸਣਾ ਕੀਤਾ ਕਿ ਦੇਖੋ, ਪਰ ਅਕਾਲ ਪੁਰਖ ਨੂੰ, ਉਸ ਵਾਹਿਗੁਰੂ ਨੂੰ ਕੁਝ ਹੋਰ ਹੀ ਭਾਉਂਦਾ ਹੈ।
ਤਾਂ ਉਹਨਾਂ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਉਹ ਕੀ ਕਾਰਨ। ਸਤਿਗੁਰੂ ਕਹਿਣ ਲੱਗੇ ਕਿ ਦੇਖੋ ਜੋ ਹੁਸੈਨੀ ਉਹ ਬੜੀ ਘਟਾ ਦੇ ਤਰ੍ਹਾਂ, ਬੱਦਲਾਂ ਦੀ ਕਾਲੀ ਘਟਾ ਦੇ ਤਰ੍ਹਾਂ ਫੌਜਾਂ ਨੂੰ ਇਕੱਠੀਆਂ ਕਰਕੇ ਚੜ੍ਹਾਈ ਕਰਕੇ ਆ ਰਿਹਾ ਹੈ ਨਾ, ਔਰ ਇਹ ਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਤੱਕ ਪਹੁੰਚ ਹੀ ਨਹੀਂ ਸਕੇਗਾ, ਰਸਤੇ ਦੇ ਵਿੱਚ ਹੀ ਮਰ ਖਪ ਜਾਵੇਗਾ ਤੇ ਉਹ ਇਸ ਸਥਾਨ ਤੱਕ ਨਹੀਂ ਪਹੁੰਚੇਗਾ, ਉੱਥੇ ਹੀ ਮਾਰਿਆ ਜਾਵੇਗਾ, ਉੱਥੋਂ ਹੀ ਇਹਨਾਂ ਦੀਆਂ ਸੈਨਾ, ਇਹਨਾਂ ਦੀ ਫੌਜ ਵਾਪਸ ਹੋ ਜਾਵੇਗੀ। ਇਤਿਹਾਦਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਹਨ, ਆਲਸ ਤੋਂ ਰਹਿਤ ਹੋ ਕੇ ਪ੍ਰੇਮ ਦੇ ਨਾਲ ਸਰਵਣ ਕਰੋ। ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ। ਵਾਹਿਗੁਰੂ ਜੀ ਅਪਰ ਥਾਨ ਹੀ ਮਰ ਕਰ ਰਹੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਟਾਈਮ ਆਪਣੇ ਯੋਧੇ ਸੂਰਮੇ ਹੋਰ ਗੁਰਸਿੱਖਾਂ ਨੂੰ ਕਹਿਣ ਲੱਗੇ ਕਿ ਦੇਖੋ ਭਾਈ, ਜੋ ਹੁਸੈਨੀ ਬੜੀ ਫੌਜ ਨੂੰ ਲੈ ਕੇ ਆ ਰਿਹਾ ਹੈ ਨਾ, ਉਹ ਤੇ ਹੋਰ ਥਾਂ ਤੇ ਹੀ ਮਾਰਿਆ ਜਾਵੇਗਾ। ਹਮਰੀ ਨੇ ਸਮੀਪਤਾ ਲਏ। ਔਰ ਸਾਡੇ ਸਮੀਪ, ਸਾਡੇ ਨੇੜੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਕਦੇ ਵੀ ਪਹੁੰਚ ਨਹੀਂ ਸਕੇਗਾ। ਘਟਾ ਸਮਾਨ ਬਨਾਵਤ ਆਵੇ। ਭਾਵੇਂ ਬੜਾ ਭਾਰੀ ਲਸ਼ਕਰ ਹੈ, ਉਸ ਦੇ ਨਾਲ ਕਾਲੀਆਂ ਘਟਾਂ ਦੇ ਸਮੇਤ ਇਹ ਉਮੜ ਕੇ ਆ ਰਿਹਾ ਹੈ। ਕਾਲ ਕਰਮ ਕੋ ਮਰਮ ਨਾ ਪਾਵੇ। ਪਰ ਉਹ ਆਪਣੀ ਮੌਤ ਦਾ ਸਮਾਂ, ਆਪਣਾ ਕਾਲ ਅੰਤ ਦਾ ਸਮਾਂ ਉਹ ਯਾਦ ਨਹੀਂ ਹੈ ਉਸ ਨੂੰ, ਨਾ ਹੀ ਇਸ ਦੇ ਬਾਰੇ ਉਸ ਨੂੰ ਕੋਈ ਭੇਤ ਹੈ, ਕੋਈ ਖਬਰ ਹੈ ਕਿ ਮੈਂ ਤੇ ਥੋੜੇ ਹੀ ਦਿਨਾਂ ਦੇ ਵਿੱਚ ਖਤਮ ਹੋ ਜਾਣਾ ਹੈ। ਵਾਯੋ ਮਨਿੰਦ ਉਡਾਏ ਖਪਾਵੇ। ਜਿਸ ਤਰ੍ਹਾਂ ਬੜੀਆਂ ਕਾਲੀਆਂ ਘਟਾਵਾਂ ਚੜ੍ਹ ਚੜ੍ਹ ਕੇ ਆ ਜਾਣ ਤੇ ਤੇਜ਼ ਹਵਾ ਦੇ ਚੱਲਣ ਦੇ ਨਾਲ ਉਹਨਾਂ ਕਾਲੀਆਂ ਘਟਾਵਾਂ ਦਾ ਪਤਾ ਹੀ ਨਹੀਂ ਚੱਲਦਾ ਕਿ ਕਿੱਧਰ ਨੂੰ ਉੱਡ ਗਈਆਂ ਹੈ, ਕਿੱਧਰ ਨੂੰ ਗਾਇਬ ਹੋ ਗਈਆਂ ਹਨ। ਵਿਖਿਨ ਰਹੇ ਕਿਤ ਸੁਨੇ ਨਾ ਜਾਵੇ। ਇਸੇ ਤਰ੍ਹਾਂ ਹੁਸੈਨ ਖਾਨ ਦੀ ਹਾਲਤ ਹੋਵੇਗੀ ਕਿ ਇਹਨਾਂ ਦੀਆਂ ਫੌਜਾਂ ਦਾ ਕੋਈ ਪਤਾ ਹੀ ਨਹੀਂ ਚੱਲੇਗਾ ਕਿ ਕਿਹੜੇ ਪਾਸੇ ਨੂੰ ਦੌੜ ਗਏ ਹਨ, ਕਿੱਧਰ ਨੂੰ ਉੱਡ ਗਏ ਹਨ। ਤਉ ਨੰਦ ਚੰਦ ਸੁਨੀਏ ਕਾਨ। ਸਾਰੇ ਬਚਨ ਵਿਲਾਸ ਦੱਸਣ ਤੋਂ ਬਾਅਦ ਸਤਿਗੁਰੂ ਮਹਾਰਾਜ ਕਹਿਣ ਲੱਗੇ, ਫਿਰ ਵੀ ਆਨੰਦ ਚੰਦ ਜੀ ਤੁਸੀਂ ਸਾਡੀ ਇਹ ਵਾਰਤਾ, ਇਹ ਬਚਨ ਸੁਣਨਾ ਕਰੋ। ਰਨ ਸਮਾਜ ਕਰ ਬਨ ਸਵਧਾਨ। ਭਾਵੇਂ ਇਹ ਕੁਝ ਹੋਣਾ ਹੈ ਇਹਨਾਂ ਦੇ ਨਾਲ, ਪਰ ਫਿਰ ਵੀ ਤੁਸੀਂ ਆਪਣੀ ਸੈਨਾ ਦੀ ਫੌਜ ਦੀ ਤਕੜਾਈ ਕਰਕੇ ਰੱਖੋ, ਆਪਣੀ ਸਾਰੀ ਫੌਜ ਨੂੰ ਸਾਵਧਾਨ ਕਰਕੇ ਰੱਖਣਾ ਹੈ। ਗੁਲਕਾਂ ਗਨ ਬਰੂਦ ਵਰਤਾਵੋ। ਆਪਣੀ ਸਾਰੀ ਫੌਜ ਦੇ ਵਿੱਚ ਬਹੁਤ ਸਾਰਾ ਬਰੂਦ, ਬਹੁਤ ਸਾਰੀਆਂ ਗੋਲੀਆਂ, ਸ਼ਸਤਰ ਆਦਿ ਵਰਤਾ ਦਿੱਤੇ ਜਾਣ। ਸੁਧ ਕੋ ਰਖੋ ਜਸੂਸ ਪਠਾਵੋ। ਫਿਰ ਆਪਣਾ ਇੱਕ ਜਸੂਸ ਭੇਜ ਕੇ ਸਾਰੀ ਤੁਰਕਾਂ ਦੀ ਫੌਜ ਦੀ ਖਬਰ ਵੀ ਰੱਖੋ ਕਿ ਉਹ ਉਸ ਸਥਾਨ ਤੇ ਕੀ ਕੁਝ ਕਰ ਰਹੇ ਹਨ। ਸਰਵ ਪ੍ਰਕਾਰ ਤਾਰ ਤਕਰਾਈ। ਸਾਰੇ ਤਰ੍ਹਾਂ ਦੇ ਨਾਲ ਭਾਈ ਆਨੰਦ ਚੰਦ ਦੀਵਾਨ ਜੀਆਂ ਨੇ ਸਾਰੀ ਫੌਜ ਦੀ ਬੜੀ ਤਕੜਾਈ ਕਰ ਲਈ ਹੈ। ਆਵੇ ਰਣ ਕਰ ਹੈ ਅਗਵਾਈ। ਅਰ ਸਾਰੀ ਤਕੜਾਈ ਕਰਕੇ ਇੱਧਰ ਉੱਧਰ ਯੋਧੇ ਸੂਰਮੇ ਬੜੇ ਤਿਆਰ ਬਰ ਤਿਆਰ ਹੋ ਕੇ ਸ਼੍ਰੀ ਅਨੰਦਪੁਰ ਸਾਹਿਬ ਦੇ ਆਸੇ ਪਾਸੇ ਫਿਰ ਰਹੇ ਹਨ। ਇਸ ਵਿਦ ਕਥਾ ਅਨੰਦਪੁਰ ਕੇਰੀ। ਕਵੀ ਜੀ ਕਹਿਣ ਲੱਗੇ ਕਿ ਇਸ ਤਰ੍ਹਾਂ ਦਾ ਪ੍ਰਸੰਗ ਸ਼੍ਰੀ ਅਨੰਦਪੁਰ ਸਾਹਿਬ ਦਾ ਹੈ। ਦਿਰਲਤਾ ਕਰੇ ਦੀਵਾਨ ਵਡੇਰੀ। ਦੀਵਾਨ ਆਨੰਦ ਚੰਦ ਜੀਆਂ ਨੇ ਬੜੀ ਦ੍ਰਿੜਤਾ, ਬੜੀ ਤਕੜਾਈ ਆਪਣੀ ਫੌਜ ਦੀ ਕਰ ਲਈ ਹੈ। ਚਮੁੰਗ ਬ੍ਰਿੰਦ ਕੋ ਰਾਗ ਬਟੋਰੀ। ਔਰ ਬਹੁਤ ਸਾਰੀ ਸੈਨਾ ਤਿਆਰ ਬਰ ਤਿਆਰ ਕਰਕੇ ਰੱਖਣਾ ਕੀਤੀ। ਵਿਚਰਤ ਹੈ ਅਰੂੜ ਚੌਂ ਓਰੀ। ਔਰ ਚਾਰੇ ਪਾਸੇ ਸ਼੍ਰੀ ਅਨੰਦਪੁਰ ਸਾਹਿਬ ਜੀਆਂ ਦੇ ਬਹੁਤ ਸਾਰੇ ਯੋਧੇ ਸੂਰਮੇ ਘੋੜਿਆਂ ਤੇ ਸਵਾਰ ਹੋ ਕੇ, ਬਹੁਤ ਸਾਰੇ ਪੈਦਲ ਇੱਧਰ ਉੱਧਰ ਤਿਆਰ ਬਰ ਤਿਆਰ ਹੋ ਕੇ ਫਿਰ ਰਹੇ ਹਨ। ਉਤੇ ਹੁਸੈਨ ਖਾਨ ਅਹੰਕਾਰੀ। ਦੂਸਰੇ ਪਾਸੇ ਹੁਸੈਨ ਖਾਨ ਦੀ ਵਾਰਤਾ ਸੁਣੋ
ਕਿ ਹੁਸੈਨੀ ਬੜੇ ਹੰਕਾਰ ਦੇ ਵਿੱਚ ਫੁੱਲਿਆ ਹੋਇਆ ਹੈ ਕਰੇ ਬਟੋਰਨ ਪਾਦਲ ਭਾਰੀ। ਔਰ ਬਹੁਤ ਸਾਰੀ ਸੈਨਾ ਇਸਨੇ ਤਿਆਰ ਬਰ ਤਿਆਰ ਕਰ ਰੱਖੀ ਹੈ, ਹੋਰ ਬੜੀ ਸੈਨਾ ਨੂੰ, ਬੜੇ ਰਾਜਿਆਂ ਨੂੰ ਆਪਣੇ ਨਾਲ ਮਿਲਾ ਰਿਹਾ ਹੈ। ਪਇਓ ਸੋ ਤਿਆਰ ਆਨੰਦਪੁਰ ਆਵਨ। ਇਸ ਨੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਚੜ੍ਹਾਈ ਕਰਕੇ ਆਉਣ ਦੇ ਵਾਸਤੇ ਸਾਰੀ ਦੀ ਸਾਰੀ ਹੁਣ ਤਿਆਰੀ ਕਰ ਲਈ ਹੈ। ਤਬ ਗੋਪਾਲ ਨਰਕੀਨ ਪਠਾਵਨ। ਪਹਾੜੀ ਰਾਜਿਆਂ ਦੇ ਵਿੱਚੋਂ ਗੋਪਾਲ ਚੰਦ ਗੁਲੇਰ ਰਿਆਸਤ ਦਾ ਮਾਲਕ, ਇਹ ਰਾਜਾ ਗੋਪਾਲ ਚੰਦ, ਇਸ ਨੇ ਵੀ ਸਾਰੀ ਵਾਰਤਾ ਸੁਣਨਾ ਕੀਤੀ। ਤਰਾਸ ਗੁਲੇਰੀ ਆਨ ਕੇ ਮਨ ਕੋ। ਗੋਪਾਲ ਚੰਦ ਗੁਲੇਰੀਆ, ਇਸ ਦੇ ਮਨ ਦੇ ਵਿੱਚ ਵੀ ਬੜਾ ਡਰ ਪੈਦਾ ਹੋਇਆ ਕਿ ਹੁਸੈਨੀ ਦੀਆਂ ਬੜੀਆਂ ਫੌਜਾਂ ਹੈ, ਸੈਨਾ ਹੈ। ਭੀਮ ਚੰਦ ਆਦਿ ਹੋਰ ਪਹਾੜੀ ਰਾਜੇ ਸਾਰੇ ਇਸ ਦੇ ਨਾਲ ਮਿਲ ਗਏ ਹਨ, ਤਾਂ ਹੁਣ ਮੈਨੂੰ ਵੀ ਜਾ ਕੇ ਹੁਸੈਨੀ ਦੇ ਨਾਲ ਮਿਲਾਪ ਕਰਨਾ ਪਵੇਗਾ। ਮਿਲਿਓ ਚਹਿਤ ਦੇ ਕਰ ਕੁਝ ਧਨ ਕੋ। ਤੇ ਇਹਨੇ ਸੋਚਿਆ ਕਿਤੇ ਐਸਾ ਨਾ ਹੋਵੇ ਮੇਰੇ ਉੱਤੇ ਹਮਲਾ ਕਰਕੇ ਮੇਰਾ ਰਾਜ ਭਾਗ ਸਾਰਾ ਖਰਾਬ ਕਰ ਦੇਣ ਤੇ ਉਜਾੜ ਕੇ ਰੱਖ ਦੇਣ। ਤਾਂ ਸੋਚਦਾ ਕਿ ਮੈਂ ਵੀ ਹੁਣ ਥੋੜ੍ਹਾ ਜਿਹਾ ਧਨ ਲੈ ਕੇ ਜਾਣਾ ਤੇ ਹੁਸੈਨੀ ਦੇ ਨਾਲ ਮੇਲ ਮਿਲਾਪ ਕਰ ਲੈਂਦਾ ਹਾਂ। ਸੁਨ ਹੁਸੈਨ ਤੇ ਨਿਕਟ ਹਕਾਰਾ। ਹੁਸੈਨ ਖਾਨ ਨੇ ਜਦੋਂ ਸੁਣਿਆ ਤੇ ਆਪਣਾ ਦੂਤ ਭੇਜ ਕੇ ਗੋਪਾਲ ਚੰਦ ਗੁਲੇਰੀਏ ਨੂੰ ਆਪਣੇ ਪਾਸ ਬੁਲਾਉਣਾ ਕੀਤਾ। ਮਿਲੋ ਮੋਏ ਕੋ ਬਿਨਾ ਅਵਾਰਾ। ਆਪਣਾ ਦੂਤ ਭੇਜ ਕੇ ਇਹ ਕਿਹਾ ਗੋਪਾਲ ਚੰਦ ਨੂੰ ਕਿ ਰਾਜਾ ਗੋਪਾਲ ਚੰਦ ਗੁਲੇਰੀਆ, ਤੂੰ ਹੁਸੈਨੀ ਦੇ ਨਾਲ ਬਿਨਾਂ ਡੇਰ ਤੋਂ ਜਾਣੇ ਬੜੇ ਛੇਤੀ ਆ ਕੇ ਮਿਲਣਾ ਕਰ। ਜਥਾ ਅਪਰ ਨਿਰਵਦੀਨਸ ਦਰਬਾਰ। ਜਿਵੇਂ ਹੋਰ ਬੜੇ ਪਹਾੜੀ ਰਾਜਿਆਂ ਨੇ ਬੜਾ ਧਨ ਹੁਸੈਨ ਨੂੰ ਦੇ ਕੇ ਹੁਸੈਨੀ ਦੇ ਨਾਲ ਮੇਲ ਮਿਲਾਪ ਕੀਤਾ ਨਾ, ਤੇ ਤੂੰ ਵੀ ਇਸੇ ਤਰ੍ਹਾਂ ਧਨ ਲੈ ਕੇ ਛੇਤੀ ਤੋਂ ਛੇਤੀ ਹੁਸੈਨੀ ਦੇ ਪਾਸ ਪਹੁੰਚਣਾ ਕਰ। ਤਿਮ ਇਹ ਦੇ ਮਿਲੋ ਸੰਗ ਸਰਵਾ। ਉਹਨਾਂ ਦੇ ਤਰ੍ਹਾਂ ਤੂੰ ਵੀ ਆ ਕੇ ਮੇਲ ਮਿਲਾਪ ਕਰ। ਸੈਨ ਸਮੇ ਕਟੋਚੀ ਜੈਸੇ। ਜਿਸ ਤਰ੍ਹਾਂ ਕਿਰਪਾਲ ਚੰਦ ਕਟੋਚੀਆ ਪਹਾੜੀ ਰਾਜਾ ਭੀਮ ਚੰਦ ਇਹ ਆ ਕੇ ਮਿਲ ਗਏ ਹਨ। ਭੀਮ ਚੰਦ ਕੈ ਲੂਰੀ ਤੈਸੇ। ਭੀਮ ਚੰਦ ਕਹਿਲੂਰੀਆ ਇਹ ਵੀ ਪਹਾੜੀ ਰਾਜਿਆਂ ਦੇ ਵਿੱਚੋਂ ਮੁੱਖ ਸੀ। ਇਹ ਵੀ ਆ ਕੇ ਡਰਦਾ ਹੋਇਆ ਹੁਸੈਨੀ ਦੇ ਨਾਲ ਮੇਲ ਮਿਲਾਪ ਕਰਦਾ ਹੈ। ਤਥਾ ਗੋਪਾਲ ਗੁਲੇਰੀ ਆਏ। ਇਸ ਤਰ੍ਹਾਂ ਕਿਹਾ ਗਿਆ ਕਿ ਉਸੇ ਤਰ੍ਹਾਂ ਗੋਪਾਲ ਚੰਦ ਗੁਲੇਰੀਆ ਧਨ ਲੈ ਕੇ ਮੈਨੂੰ ਛੇਤੀ ਦੇ ਨਾਲ ਮਿਲਣਾ ਕਰੇ। ਰਹੇ ਸੰਗ ਮਮ ਜਿਤ ਚੜ ਜਾਏ। ਹਰੇ ਆਪਣੀ ਸਾਰੀ ਸੈਨਾ ਨੂੰ ਲੈ ਕੇ ਮੇਰੇ ਨਾਲ ਰਹੇ। ਜਿੱਧਰ ਵੀ ਮੈਂ ਜਾਵਾਂ ਆਪਣੀ ਫੌਜ ਨੂੰ ਲੈ ਕੇ ਮੇਰੇ ਨਾਲ ਹੀ ਜਾਣਾ ਚਾਹੀਦਾ ਹੈ। ਹਿਮ ਸੁਨ ਦੂਤ ਗਇਓ ਨਿਰਪਤੀਰ। ਇਸੇ ਤਰ੍ਹਾਂ ਸੁਣ ਕੇ ਦੂਤ ਗੋਪਾਲ ਚੰਦ ਰਾਜੇ ਦੇ ਪਾਸ ਪਹੁੰਚ ਜਾਂਦਾ ਹੈ। ਕਤ ਹੁਸੈਨ ਕੀ ਕਈ ਸੋ ਤੀਰ। ਤੇ ਸਾਰੀ ਹੁਸੈਨੀ ਦੀ ਵਾਰਤਾ ਗੋਪਾਲ ਚੰਦ ਗੁਲੇਰੀਏ ਦੇ ਪਾਸ ਜਾ ਕੇ ਦੱਸ ਦਿੱਤੀ। ਸੁਨ ਗੋਪਾਲ ਲੀਨ ਕਛ ਦਰਬ। ਸਾਰੀ ਵਾਰਤਾ ਸੁਣਨ ਤੋਂ ਬਾਅਦ ਗੋਪਾਲ ਚੰਦ ਮਨ ਦੇ ਵਿੱਚੋਂ ਡਰਿਆ ਘਬਰਾਇਆ ਕਿ ਹੁਣ ਜੇਕਰ ਮੈਂ ਨਹੀਂ ਜਾਵਾਂਗਾ ਤਾਂ ਮੇਰੇ ਉੱਪਰ ਹਮਲਾ ਕਰਨਗੇ। ਤਾਂ ਇਸ ਨੇ ਹੁਣ ਡਰਦੇ ਮਾਰੇ ਨੇ ਕੁਛ ਥੋੜ੍ਹਾ ਜਿਹਾ ਧਨ ਲੈ ਕੇ ਉੱਥੇ ਪਹੁੰਚਣਾ ਚਾਹਿਆ। ਛੱਡ ਕਰ ਚਲਿਓ ਸੰਗ ਲੈ ਸਰਬ। ਆਪਣੀ ਸੈਨਾ ਨੂੰ ਲੈ ਕੇ, ਫੌਜ ਨੂੰ ਲੈ ਕੇ ਗੋਪਾਲ ਚੰਦ ਹੁਣ ਹੁਸੈਨੀ ਦੇ ਵੱਲ ਚੱਲ ਪਿਆ। ਰਾਮ ਸਿੰਘ ਇੱਕ ਸੈਲਬ ਆਨ। ਇੱਕ ਹੋਰ ਪਹਾੜੀ ਰਾਜਾ ਰਾਮ ਚੰਦ ਨਾਮ ਕਰਕੇ ਉਹ ਵੀ ਗੋਪਾਲ ਚੰਦ ਦੇ ਨਾਲ ਹੀ ਮਿਲ ਕੇ ਆਉਂਦਾ ਹੈ। ਚਲਿਓ ਗੋਪਾਲ ਸੰਗ ਹਿਤ ਠਾਨ। ਬੜੇ ਪਿਆਰ ਦੇ ਨਾਲ, ਹਿੱਤ ਦੇ ਨਾਲ ਗੋਪਾਲ ਚੰਦ ਦੇ ਨਾਲ ਮਿਲ ਕੇ ਆ ਰਿਹਾ ਹੈ। ਜੇਕਰ ਇਹ ਨੇ ਹੋਤ ਬਖੇਰਾ। ਇੱਥੇ ਕਵੀ ਜੀ ਕਹਿੰਦੇ ਜੇਕਰ ਇਹਨਾਂ ਰਾਜਿਆਂ ਦੇ ਵਿੱਚ ਆਪ ਸਮੇਂ ਬਖੇੜਾ, ਆਪ ਸਮੇਂ ਝਗੜਾ ਨਾ ਹੁੰਦਾ ਖਾਨ ਹੁਸੈਨ ਗੁਮਾਨ ਕਨੇਰਾ। ਤਾਂ ਹੁਸੈਨ ਖਾਨ ਦੇ ਮਨ ਦਾ ਹੰਕਾਰ ਹੋਰ ਵੀ ਵੱਧ ਜਾਂਦਾ। ਹੁਸੈਨੀ ਦਾ ਹੰਕਾਰ
ਗਰੂਰ ਇਸ ਦਾ ਹੋਰ ਵੀ ਵੱਧ ਜਾਂਦਾ ਜੇਕਰ ਇੱਥੇ ਇਹਨਾਂ ਦਾ ਝਗੜਾ ਨਾ ਹੁੰਦਾ। ਤੋ ਦਿਨ ਦੋ ਇੱਕ ਮੈਂ ਕਰ ਤਿਆਰੀ। ਤਾਂ ਇੱਕ ਦੋ ਦਿਨਾਂ ਦੇ ਵਿੱਚ ਇਸ ਨੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਹਮਲਾ ਕਰ ਦੇਣਾ ਸੀ, ਹੋਤੋ ਸਕੇ ਲਿਓ ਦਲ ਭਟ ਪਾਰੀ। ਕਿਉਂਕਿ ਬਹੁਤ ਸਾਰਾ ਭਾਰੀ ਲਸ਼ਕਰ ਇਸ ਨੇ ਤਿਆਰ ਕਰ ਲਿਆ ਸੀ। ਆਏ ਆਨੰਦਪੁਰ ਕਾਲਤ ਜੋਰ। ਤੇ ਅਨੰਦਪੁਰ ਸਾਹਿਬ ਦੇ ਵਿੱਚ ਆ ਕੇ ਇਸ ਨੇ ਆਪਣਾ ਜ਼ੋਰ ਘਾਲਣਾ ਸੀ। ਲੈ ਗਿਰਪਤ ਸਭ ਆਪਣੀ ਔਰ। ਹੁਣ ਪਹਾੜੀ ਰਾਜੇ ਤੇ ਸਾਰੇ ਦੇ ਸਾਰੇ ਆਪਣੇ ਨਾਲ ਮਿਲਾ ਲਏ ਸਨ। ਹੋਤ ਕੋਰ ਕਮਸਾਨ ਕਨੇਰਾ। ਤਾਂ ਬੜਾ ਕਮਸਾਨ ਦਾ ਯੁੱਧ ਹੋਣਾ ਸੀ, ਕਿਉਂਕਿ ਗੁਰੂ ਮਹਾਰਾਜ ਜੀਆਂ ਦੀਆਂ ਫੌਜਾਂ ਇਹ ਵੀ ਤਿਆਰ ਬਰ ਤਿਆਰ ਖੜੇ ਸਨ ਜੰਗ ਕਰਨ ਦੇ ਵਾਸਤੇ। ਤੇ ਬੜਾ ਵੱਡਾ ਲਸ਼ਕਰ ਹੁਣ ਪਹਾੜੀ ਰਾਜਿਆਂ ਦੀਆਂ ਸਾਰੀਆਂ ਫੌਜਾਂ ਅਤੇ ਦਿਲਾਵਰ ਖਾਨ ਨੇ ਬੜੀ ਭਾਰੀ ਫੌਜ ਦੇ ਕੇ ਲਸ਼ਕਰ ਦੇ ਕੇ ਭੇਜਿਆ ਸੀ। ਲਸ਼ਕਰ ਜਿਸ ਕੇ ਸੰਗ ਵਡੇਰਾ। ਬਹੁਤ ਵੱਡਾ ਲਸ਼ਕਰ ਹੁਸੈਨੀ ਦਾ ਬਣ ਚੁੱਕਿਆ ਸੀ। ਹੋਏ ਪਰਤ ਜਿਮ ਸਤਿਗੁਰ ਕਰਤੇ। ਪਰ ਕਵੀ ਜੀ ਕਹਿੰਦੇ ਕਿ ਪਰੰਤੂ ਹੁੰਦਾ ਉਹ ਹੀ ਹੈ ਜੋ ਸਤਿਗੁਰੂ ਜੀ ਕਰਦੇ ਹਨ, ਸਤਿਗੁਰੂ ਜੀ ਚਾਹੁੰਦੇ ਹਨ। ਜੋ ਗੁਰੂ ਮਹਾਰਾਜ ਜੀ ਚਾਹੁੰਦੇ ਹਨ ਉਹੀ ਖੇਲ ਵਰਤਦਾ ਹੈ। ਕੀਏ ਸਹਾਇ ਅਵ ਅਸਤੁਜ ਕਰਤੇ। ਤਾਂ ਗੁਰੂ ਮਹਾਰਾਜ ਜੀ ਦੀ ਸਹਾਇਤਾ ਰੱਖਿਆ ਉਸ ਅਕਾਲ ਪੁਰਖ ਵਾਹਿਗੁਰੂ ਨੇ ਕਰਨਾ ਕੀਤੀ। ਪਾਪ ਹਾਰੀਨ ਸੰਗ ਬਖੇਰਾ। ਤਾਂ ਪਹਾੜੀ ਰਾਜਿਆਂ ਦੇ ਨਾਲ ਪਹਿਲੇ ਹੀ ਝਗੜਾ ਛਿੜ ਜਾਂਦਾ ਹੈ। ਪਰਿਓ ਗਰੇ ਤਿਨ ਜੰਗ ਵਡੇਰਾ। ਉਹਨਾਂ ਪਹਾੜੀਆਂ ਦੇ ਗਲੇ ਹੀ ਬਹੁਤ ਵੱਡਾ ਜੰਗ ਪੈ ਜਾਂਦਾ ਹੈ। ਕਾਲ ਕਰਮ ਸੋ ਪ੍ਰੇਰਨ ਕਰੇ। ਕਾਲ ਨੇ ਮੌਤ ਨੇ ਇਹਨਾਂ ਨੂੰ ਪ੍ਰੇਰਨਾ ਕੀਤਾ ਤੇ ਗੁਰੂ ਮਹਾਰਾਜ ਜੀਆਂ ਦੀ ਸੈਨਾ ਦੇ ਤੱਕ ਪਹੁੰਚਣ ਤੋਂ ਪਹਿਲਾਂ ਹੀ ਇਹਨਾਂ ਦਾ ਆਪਸਮੀ ਜੰਗ ਛਿੜ ਜਾਂਦਾ ਹੈ। ਆਪਸ ਵਿਖੇ ਸਪਰਧਾ ਤਰੇ। ਆਪਸ ਵਿਖੇ ਹੀ ਪਹਾੜੀ ਰਾਜੇ ਇੱਕ ਦੂਜੇ ਦੇ ਨਾਲ ਈਰਖਾ ਦਵੈਸ਼ ਰੱਖਣ ਲੱਗ ਜਾਂਦੇ ਹਨ। ਰਾਮ ਸਿੰਘ ਕੇ ਸਹਿਤ ਗੋਪਾਲ। ਹੁਣ ਰਾਮ ਸਿੰਘ ਤੇ ਗੋਪਾਲ ਚੰਦ ਗੁਲੇਰੀਆ ਇਹ ਹੁਸੈਨੀ ਦੇ ਪਾਸ ਆ ਰਹੇ ਹਨ। ਆਨ ਪਹੁੰਚਿਓ ਤੇ ਜਿਸ ਕਾਲ। ਜਿਸ ਟਾਈਮ ਹੁਸੈਨੀ ਦੇ ਪਾਸ ਆ ਕੇ ਪਹੁੰਚ ਜਾਂਦੇ ਹਨ ਬਾਸਰ ਜਾਮ ਰਿਓ ਤਬ ਆਇਓ। ਤੇ ਇੱਕ ਪੈਰ ਦਿਨ ਬਾਕੀ ਰਹਿੰਦਾ ਸੀ ਜਿਸ ਟਾਈਮ ਹੁਸੈਨੀ ਦੇ ਪਾਸ ਗੋਪਾਲ ਚੰਦ ਅਤੇ ਰਾਮ ਸਿੰਘ ਪਹੁੰਚੇ ਸਨ। ਇੱਕ ਹੁਸੈਨ ਮਨ ਬੋ ਗਰਬਾਇਓ। ਤੇ ਇਹਨਾਂ ਨੂੰ ਦੇਖ ਕੇ ਹੁਸੈਨ ਖਾਂ ਇਹ ਹੋਰ ਵੀ ਬੜੇ ਹੰਕਾਰ ਦੇ ਵਿੱਚ ਆ ਚੁੱਕਿਆ ਸੀ। ਭੀਮ ਚੰਦ ਜੈ ਸੰਗ ਕਹਿ ਲੂਰੀ। ਜਿਸ ਹੁਸੈਨੀ ਦੇ ਨਾਲ ਪਹਿਲੇ ਹੀ ਮਿਲ ਚੁੱਕੇ ਸਨ ਭੀਮ ਚੰਦ ਕਹਿਲੂਰੀ। ਅਰ ਕਟੋ ਸੰਗ ਸੈਨਾ ਪੂਰੀ। ਔਰ ਦੂਸਰਾ ਕਿਰਪਾਲ ਚੰਦ ਕਟੋਚੀਆ, ਇਸ ਦੇ ਨਾਲ ਵੀ ਬੜੀ ਭਾਰੀ ਸੈਨਾ ਸੀ। ਲਖੈ ਕੇ ਮੈਂ ਮੋ ਮਮ ਔਰ ਨਾ। ਇਹਨੇ ਦੇਖਿਆ ਕਿ ਪਹਾੜੀ ਰਾਜੇ ਆ ਕੇ ਬੜਾ ਧਨ ਦੇ ਕੇ ਮੇਰੇ ਨਾਲ ਮੇਲ ਮਿਲਾਪ ਕਰਦੇ ਹਨ, ਮੇਰੇ ਤੋਂ ਡਰਦੇ, ਤੇ ਮਨ ਦੇ ਵਿੱਚ ਇਹ ਬੜਾ ਹੰਕਾਰ ਕਰਦਾ ਹੈ। ਔਰ ਇਹ ਸੋਚਦਾ ਹੈ ਕਿ ਹੁਣ ਦੁਨੀਆ ਦੇ ਵਿੱਚ ਮੇਰੇ ਵਰਗਾ ਯੋਧਾ ਸੂਰਮਾ ਕੋਈ ਨਹੀਂ ਹੈ, ਜਿਸ ਤੋਂ ਵੱਡੇ ਵੱਡੇ ਰਾਜੇ ਰਾਣੇ ਵੀ ਡਰਦੇ ਆ ਕੇ ਮਿਲਾਪ ਕਰ ਰਹੇ ਹਨ। ਪਇਓ ਤਰਾਸ ਮੋਤੇ ਸਭ ਠੋਰ ਨਾ। ਔਰ ਹਰ ਥਾਂ ਤੇ ਜਿੱਥੇ ਕਿਤੇ ਮੇਰਾ ਡਰ ਭੈ ਦੁਨੀਆ ਦੇ ਵਿੱਚ ਫੈਲ ਚੁੱਕਿਆ ਹੈ। ਚਾਹੋ ਰਾਜ ਜੇ ਛੀਨ ਨਿਕਾਰੋ। ਹੰਕਾਰ ਦੇ ਵਿੱਚ ਸੋਚਦਾ ਹੈ ਕਿ ਹੁਣ ਤੇ ਮੈਂ ਜਿਸ ਦਾ ਵੀ ਰਾਜ ਭਾਗ ਖੋਣਾ ਚਾਹੁੰਦਾ ਹੋਵਾਂ ਉਸ ਦਾ ਹੀ ਰਾਜ ਭਾਗ ਖੋ ਸਕਦਾ ਹਾਂ। ਜੇ ਕੋ ਚਾਹੋ ਬੰਦ ਕਰ ਡਾਰੋ। ਔਰ ਚਾਹਾਂ ਤਾਂ ਮੈਂ ਜਿਸ ਵੀ ਰਾਜੇ ਨੂੰ ਪਕੜ ਕੇ ਬੰਨ੍ਹ ਲਵਾਂ ਔਰ ਉਸ ਨੂੰ ਕੈਦ ਦੇ ਵਿੱਚ ਸਿੱਟ ਦੇਵਾਂ। ਦਰਬ ਦੰਡ ਕੋ ਪੂਰਬ ਲੈ ਕੇ। ਪਹਿਲਾਂ ਦੰਡ ਦਾ ਧਨ ਇਹਨਾਂ ਦੇ ਪਾਸੋਂ ਮੈਂ ਸਾਰਾ ਲੈ ਲੈਣਾ ਹੈ। ਦਲ ਜੁਦ ਪਨ ਗੋਪਾਲ ਸੰਗ ਕਹਿ ਕੇ। ਫੇਰ ਕਹਿਣ ਲੱਗਿਆ ਕਿ ਗੋਪਾਲ ਚੰਦ ਗੁਲੇਰੀਏ ਨੂੰ ਵੀ ਧਨ ਲੈਣ ਤੋਂ ਬਾਅਦ ਆਪਣੇ ਨਾਲ ਮਿਲਾ ਲੈਣਾ ਹੈ। ਲਰਹੋ ਸ੍ਰੀ ਗੋਬਿੰਦ ਸਿੰਘ ਸੰਗ। ਇਸ ਤਰ੍ਹਾਂ ਇਹਨਾਂ ਦੀ ਫੌਜ ਨੂੰ ਵੀ ਆਪਣੇ ਨਾਲ ਮਿਲਾ ਕੇ
ਧੰਨ ਗੁਰੂ ਗੋਬਿੰਦ ਸਿੰਘ ਜੀਆਂ ਤੇ ਜਾ ਕੇ ਹਮਲਾ ਕਰਨਾ ਹੈ। ਬੜ ਲਸ਼ਕਰ ਦੇ ਕਾਲੋ ਜੰਗ, ਵੱਡੀ ਲਸ਼ਕਰ ਨੂੰ ਲੈ ਕੇ ਹੁਣ ਮੈਂ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਜਾ ਕੇ ਹਮਲਾ ਕਰਕੇ ਬੜਾ ਘਮਸਾਨ ਦਾ ਜੰਗ ਮਚਾ ਦੇਣਾ ਹੈ। ਛੀਨ ਅਨੰਦਪੁਰ ਵਹਿਰ ਨਕਾਰੋਂ, ਹੰਕਾਰ ਦੇ ਵਿੱਚ ਭੁੱਲਿਆ ਹੋਇਆ ਇਹੋ ਜਿਹੀਆਂ ਗੱਲਾਂ ਕਰਦਾ ਹੈ ਕਿ ਗੁਰੂ ਮਹਾਰਾਜ ਜੀਆਂ ਤੋਂ ਸ਼੍ਰੀ ਅਨੰਦਪੁਰ ਸਾਹਿਬ ਖੋਹ ਕੇ ਔਰ ਉਸ ਸਥਾਨ ਤੋਂ ਗੁਰੂ ਜੀਆਂ ਨੂੰ ਫੌਜ ਦੇ ਸਮੇਤ ਬਾਹਰ ਕੱਢ ਦੇਣਾ ਹੈ। ਨਿਜ ਸੁਆਮੀ ਕੀ ਕਾਰ ਸੁਧਾਰੋ, ਆਪਣੇ ਸੁਆਮੀ ਆਪਣੇ ਮਾਲਕ ਦਿਲਾਵਰ ਖਾਂ ਦਾ ਕਾਰਜ ਹੈ ਉਹ ਰਾਸ ਕਰਾਂਗਾ। ਨਿਜ ਮੰਤਰੀ ਨ ਸੰਗ ਇਮ ਕਹੈ, ਆਪਣੇ ਮੰਤਰੀਆਂ ਦੇ ਨਾਲ ਇਸ ਤਰ੍ਹਾਂ ਦੀਆਂ ਵਿਚਾਰਾਂ ਹੁਸੈਨੀ ਕਰ ਰਿਹਾ ਹੈ। ਲਰਨ ਗੁਰੂ ਸੰਗ ਨਿਸ ਦਿਨ ਚਾਹੈ, ਰਾਤ ਦਿਨ ਹੁਣ ਇਹੀ ਗਿੱਟੀਆਂ ਗਿਣਦਾ ਰਹਿੰਦਾ ਹੈ ਕਿ ਇੰਨੀ ਲਸ਼ਕਰ ਨੂੰ ਮੈਂ ਜਾ ਕੇ ਇਸ ਤਰ੍ਹਾਂ ਕਰਕੇ ਇਉਂ ਕਰਕੇ ਗੁਰੂ ਜੀਆਂ ਦੇ ਉੱਪਰ ਜਾ ਕੇ ਹਮਲਾ ਕਰਾਂਗਾ, ਜੰਗ ਮਚਾ ਦੇਵਾਂਗਾ। ਮਿਲਿਓ ਗੋਪਾਲ ਹੁਸੈਨੀ ਸਾਥ, ਤੇ ਗੋਪਾਲ ਚੰਦ ਜੋ ਹੁਣ ਜਦ ਆ ਕੇ ਹੁਸੈਨੀ ਦੇ ਨਾਲ ਮਿਲਦਾ ਹੈ, ਦੇਨ ਲਗਿਓ ਧਨ ਲਿਆਏ ਜੋ ਹਾਥ, ਜਿਹੜਾ ਧਨ ਲੈ ਕੇ ਆਇਆ ਸੀ, ਪੈਸਾ ਲੈ ਕੇ ਆਇਆ ਸੀ, ਇਹ ਅੱਗੇ ਹੋ ਕੇ ਹੁਸੈਨੀ ਨੂੰ ਜਦ ਇਹ ਪੈਸਾ ਦੇਣ ਲੱਗਿਆ ਗਰਬਤ ਕੇ ਮਸੰਦ ਨਹਿ ਆਵਾ, ਤਾਂ ਹੁਸੈਨੀ ਨੇ ਗੋਪਾਲ ਚੰਦ ਦਾ ਲਿਆਂਦਾ ਹੋਇਆ ਧਨ ਦੌਲਤ ਇਹ ਜਦ ਦੇਖਣਾ ਕੀਤੇ ਤੇ ਇਹ ਪੈਸਾ ਇਹ ਧਨ ਦੇਖ ਕੇ ਇਸ ਦੇ ਪਸੰਦ ਨਾ ਆਇਆ, ਕਿਉਂਕਿ ਬੜੇ ਹੰਕਾਰ ਦੇ ਸਮੇਤ ਹੋ ਚੁੱਕਿਆ ਸੀ। ਇਸ ਦਾ ਲਿਆਂਦਾ ਹੋਇਆ ਧਨ ਹੁਸੈਨੀ ਨੂੰ ਪਸੰਦ ਨਾ ਆਇਆ। ਕਹਿਤ ਪਇਓ ਇਹ ਥੋਰੋ ਲਿਆਵਾ, ਉਹ ਗੋਪਾਲ ਚੰਦ ਨੂੰ ਕਹਿਣ ਲੱਗਿਆ ਕਿ ਦੇਖ ਤੂੰ ਤੇ ਬੜਾ ਵੱਡਾ ਰਾਜਾ ਹੈ, ਤੂੰ ਇਹ ਧਨ ਬਹੁਤ ਥੋੜਾ ਲੈ ਕੇ ਆਇਆ ਹਾਂ। ਆ ਦੇਖ ਤੇਰੇ ਹੋਰ ਭਾਈ ਪਹਾੜੀ ਰਾਜੇ ਕਿੰਨਾ ਕਿੰਨਾ ਧਨ ਲੈ ਕੇ ਮੈਨੂੰ ਮਿਲੇ ਹੈ, ਤੂੰ ਥੋੜਾ ਜਿਹਾ ਧਨ ਲੈ ਕੇ ਮੇਰੇ ਪਾਸ ਆ ਗਿਆ ਹੈ। ਇਸ ਤੇ ਦੁਗਨ ਆਨ ਜਬ ਦੀਜੈ, ਗੋਪਾਲ ਚੰਦ ਨੂੰ ਕਹਿਣ ਲੱਗਿਆ ਕਿ ਦੇਖ ਜਦ ਇਸ ਤੋਂ ਦੁੱਗਣੀ ਮਾਇਆ, ਇਸ ਤੋਂ ਦੁੱਗਣਾ ਧਨ ਲੈ ਕੇ ਆਵੇਂਗਾ ਫਿਰ ਤੇਰੇ ਨਾਲ ਮੇਲ ਮਿਲਾਪ ਹੋ ਸਕੇਗਾ। ਪਿਛੇ ਮੇਲ ਮੋਹ ਸੰਗ ਕੀਜੈ, ਇਸ ਤੋਂ ਦੁੱਗਣਾ ਧਨ ਲੈ ਕੇ ਆ ਫਿਰ ਮੇਰੇ ਨਾਲ ਮੇਲ ਮਿਲਾਪ ਰੱਖ ਸਕੇਗਾ। ਜੈਨੇ ਦਿਓ ਤੋਏ ਰਜਧਾਨੀ, ਫਿਰ ਹੰਕਾਰ ਦੇ ਵਿੱਚ ਆ ਕੇ ਉਸੇ ਟਾਈਮ ਕਹਿਣ ਲੱਗਿਆ ਕਿ ਦੇਖ ਜੇਕਰ ਤੂੰ ਵਾਪਸ ਆ ਕੇ ਇਸ ਤੋਂ ਦੁੱਗਣਾ ਧਨ ਨਹੀਂ ਦੇਵੇਂਗਾ ਤੇ ਜਿਹੜੀ ਤੇਰੀ ਰਾਜਧਾਨੀ ਹੈ ਨਾ ਇਹ ਸਾਰੀ ਉਜਾੜ ਦਿੱਤੀ ਜਾਵੇਗੀ। ਛੀਨੋ ਜਾਨ ਕਰੋ ਸਭ ਹਾਨੀ, ਔਰ ਜਾਂ ਇਸ ਨੂੰ ਛੀਨ ਲਵਾਂਗੇ, ਖੋਹ ਲਵਾਂਗੇ, ਜਾਂ ਇਸ ਨੂੰ ਉਜਾੜ ਕੇ ਰੱਖ ਦੇਵਾਂਗੇ। ਸੁਨ ਗੋਪਾਲ ਨਿਰਭਸੋ ਨਹਿ ਮਾਨੀ, ਪਰ ਗੋਪਾਲ ਚੰਦ ਗੁਲੇਰੀਆ ਇਹ ਗੱਲਾਂ ਸੁਣ ਕੇ ਹੁਣ ਆਪਣੇ ਮਨ ਦੇ ਵਿੱਚੋਂ ਤਾਂ ਨਹੀਂ ਮੰਨਦਾ ਹੈ। ਕਪਟ ਠਾਨ ਕਰ ਗਿਰਾ ਬਖਾਨੀ, ਤਾਂ ਕਪਟ ਛਲ ਕਰਕੇ ਗੋਪਾਲ ਚੰਦ ਕਹਿਣ ਲੱਗਿਆ ਆਨੋ ਜਾਏ ਸਦਨ ਕੋ ਹੇਰ, ਇਹਨਾਂ ਨੂੰ ਬੜੇ ਪਿਆਰ ਦੇ ਨਾਲ ਕਹਿਣ ਲੱਗਿਆ। ਮਨ ਦੇ ਵਿੱਚ ਉਸਨੇ ਕੁਝ ਹੋਰ ਠਾਨੀ ਹੈ, ਮੁੱਖ ਤੋਂ ਕੁਝ ਹੋਰ ਕਹਿ ਰਿਹਾ ਹੈ। ਇਹਨਾਂ ਨੂੰ ਕਹਿ ਰਿਹਾ ਕਿ ਦੇਖੋ ਜੀ ਮੈਂ ਹੁਣੇ ਹੀ ਵਾਪਸ ਜਾਂਦਾ ਹਾਂ ਤਾਂ ਬਹੁਤ ਸਾਰਾ ਧਨ ਲੈ ਕੇ ਛੇਤੀ ਤੁਹਾਡੇ ਪਾਸ ਆਵਾਂਗਾ। ਲੈ ਧਨ ਮਿਲੋ ਪਹੁੰਚ ਕਰ ਫੇਰ, ਦੁਆਰਾ ਮੈਂ ਹੋਰ ਧਨ ਲਿਆ ਕੇ ਛੇਤੀ ਤੁਹਾਡੇ ਨਾਲ ਆ ਕੇ ਮੇਲ ਮਿਲਾਪ ਕਰਾਂਗਾ। ਰਿਪਤੇ ਦੂਰ ਨਿਕਲ ਜਬ ਗਇਓ, ਜਦ ਹੁਸੈਨੀ ਦੀਆਂ ਫੌਜਾਂ ਤੋਂ ਕੁਝ ਕੁ ਦੂਰ ਹੋ ਕੇ ਚੱਲਿਆ ਆਪਣੀ ਫੌਜ ਦੇ ਵਿੱਚ ਮਿਲ ਕੇ ਤਾਂ ਉਸ ਟਾਈਮ ਇਹ ਵਿਚਾਰਾਂ ਕਰਦਾ ਹੈ। ਸਭ ਧਨ ਸਾਮ ਪਿਆਨਾ ਕਿਓ, ਆਪਣੇ ਮੰਤਰੀਆਂ ਨੂੰ ਕਹਿਣ ਲੱਗਿਆ ਕਿ ਸਾਰਾ ਧਨ ਸਾਂਭ ਲਵੋ ਅਰੇ ਆਪਣੀ ਰਿਆਸਤ ਦੇ ਵਿੱਚ ਵਾਪਸ ਚੱਲੋ। ਕਹਿਤ ਪਇਓ ਇਹ ਪੀਨੇ ਦੇ ਹੈ, ਉਹਨਾਂ ਨੂੰ ਕਹਿਣ ਲੱਗਿਆ ਕਿ ਇਸ ਤੋਂ ਦੁੱਗਣਾ ਧਨ ਮੰਗਦਾ ਹੈ। ਹੰਕਾਰ ਦੇ ਵਿੱਚ ਆ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ। ਜਿਹੜਾ ਧਨ ਮੈਂ ਹੁਣ ਲੈ ਕੇ ਆਇਆ ਸੀ ਨਾ ਤੇ ਕਹਿਣ ਲੱਗਿਆ ਹੁਣ ਇਹ ਵੀ ਉਹਨਾਂ ਨੂੰ ਵਾਪਸ ਨਹੀਂ ਦੇਣਾ। ਸਮੁਖ ਹੋਏ ਕਰ ਲੋਹ ਵਜੈ ਹੈ, ਹੁਣ ਤੇ ਕਹਿਣ ਲੱਗਿਆ ਇਹ ਧਨ ਤੇ ਵਾਪਸ ਨਹੀਂ ਦੇਣਾ। ਜੇਕਰ ਚੜ੍ਹਾਈ ਕਰਕੇ ਆਵੇਗਾ ਤੇ ਸਾਹਮਣੇ ਹੋ ਕੇ ਉਹਨਾਂ ਦੇ ਨਾਲ ਲੋਹਾ ਲਵਾਂਗੇ,
ਸਾਹਮਣੇ ਹੋ ਕੇ ਉਹਨਾਂ ਦਾ ਮੁਕਾਬਲਾ ਕਰਾਂਗੇ। ਹਿਮ ਕਹਿ ਪਹੁੰਚਿਓ ਜਾਏ ਗੁਲੇਰ। ਆਪਣੇ ਮੰਤਰੀਆਂ ਦੇ ਨਾਲ ਵਿਚਾਰਾਂ ਕਰਦਾ ਆਪਣੀ ਰਿਆਸਤ ਗੁਲੇਰ ਦੇ ਵਿੱਚ ਵਾਪਸ ਪਹੁੰਚ ਜਾਂਦਾ ਹੈ। ਤਕਰਾਈ ਬੋ ਕਰ ਤਿਸ ਬੇਰ। ਉੱਥੇ ਪਹੁੰਚਣ ਸਾਰ ਆਪਣੀ ਸਾਰੀ ਦੀ ਸਾਰੀ ਫੌਜ ਦੀ ਬੜੀ ਤਕੜਾਈ ਕਰ ਲੈਂਦਾ ਹੈ। ਆਪਣੀ ਰਾਜਧਾਨੀ ਦੇ ਆਸੇ-ਪਾਸੇ ਫੌਜਾਂ ਦੇ ਪਹਿਰੇ ਲਾ ਦਿੰਦਾ ਹੈ। ਲਖਿਓ ਹੁਸੈਨ ਖਾਨ ਜਬ ਐਸੇ। ਦੂਸਰੀ ਸਾਈਡ ਜਦ ਹੁਸੈਨ ਖਾਨ ਨੂੰ ਇਸ ਗੱਲ ਦਾ ਪਤਾ ਚੱਲਿਆ ਕਿ ਰਾਜਾ ਗੋਪਾਲ ਚੰਦ ਉਹ ਤੇ ਆਪਣੇ ਫੌਜ ਨੂੰ ਨਾਲ ਲਿਜਾ ਕੇ ਆਪਣੀ ਰਿਆਸਤ ਦੇ ਵਿੱਚ ਬੜੀ ਤਕੜਾਈ ਕਰਕੇ ਬੈਠ ਗਿਆ ਹੈ। ਜਗਿਓ ਕ੍ਰੋਧ ਹੋਏ ਪਾਵਕ ਜੈਸੇ। ਤੇ ਹੁਣ ਉਹ ਦੁਬਾਰਾ ਧਨ ਲੈ ਕੇ ਮੇਰੇ ਪਾਸ ਨਹੀਂ ਆਵੇਗਾ। ਇਹ ਗੱਲ ਜਦ ਹੁਸੈਨ ਖਾਨ ਨੇ ਸੁਣੀ ਤੇ ਉਸ ਦੇ ਮਨ ਦਾ ਕ੍ਰੋਧ ਬੜਾ ਹੋਰ ਵੀ ਵੱਧ ਜਾਂਦਾ ਹੈ। ਜਿਸ ਤਰ੍ਹਾਂ ਅੱਗ ਦੇ ਉੱਪਰ ਤੇਲ ਪਾ ਦਿੱਤਾ ਜਾਵੇ, ਘਿਓ ਪਾ ਦਿੱਤਾ ਜਾਵੇ, ਉਹ ਹੋਰ ਵੀ ਭਟਕ ਜਾਂਦੀ ਹੈ। ਪਹਿਲੇ ਹੀ ਇਸ ਦੇ ਮਨ ਦਾ ਬੜਾ ਹੰਕਾਰ ਸੀ। ਜਦ ਉਸਨੇ ਇਹ ਗੱਲ ਸੁਣੀ ਹੋਰ ਵੀ ਬੜੇ ਕ੍ਰੋਧ ਦੇ ਵਿੱਚ ਆ ਕੇ ਲਾਲ ਪੀਲਾ ਹੋ ਜਾਂਦਾ ਹੈ। ਲੋਚਨ ਬਦਨ ਲਾਲ ਹੋਏ ਗਇਓ। ਕ੍ਰੋਧ ਦੇ ਵਿੱਚ ਆਏ ਹੋਏ ਦੀਆਂ ਅੱਖਾਂ ਅਤੇ ਚਿਹਰਾ ਲਾਲ ਹੋ ਜਾਂਦਾ ਹੈ। ਭਲਾ ਬੁਰਾ ਕਜ ਲਖਤ ਨਾ ਪਇਓ। ਇੰਨਾ ਕ੍ਰੋਧ ਦੇ ਵਿੱਚ ਆਇਆ ਕਿ ਇਸ ਨੂੰ ਆਪਣੇ ਭਲੇ ਤੇ ਬੁਰੇ ਦੇ ਬਾਬਤ ਵੀ ਪਤਾ ਨਾ ਚੱਲਿਆ। ਕਹਿਓ ਤੁਰੰਤ ਦੁਦੰਬ ਬਜਵਾਏ। ਤਾਂ ਉਸੇ ਟਾਈਮ ਸੁਣਨ ਸਾਰ ਇਸ ਨੇ ਆਪਣੀ ਫੌਜ ਦੇ ਵਿੱਚ ਕਹਿ ਕੇ ਨਗਾਰੇ ਵਜਵਾ ਦਿੱਤੇ। ਸਕਲ ਅਰੂੜੋ ਬਿਲੰਬ ਬਿਹਾਏ। ਨਗਾਰੇ ਵਜਵਾ ਦਿੱਤੇ ਕਿ ਸਾਰੀ ਫੌਜ ਇੱਕਦਮ ਤਿਆਰ ਹੋ ਜਾਵੋ। ਚੜਿਓ ਚਮੁੰਗ ਲੈ ਵਜਿਓ ਨਗਾਰਾ। ਤਾਂ ਨਗਾਰਾ ਸੁਣਨ ਦੇ ਸਾਰੀ ਫੌਜ ਇਸ ਦੀ ਤਿਆਰ ਬਰ ਤਿਆਰ ਹੁੰਦੀ ਹੈ। ਜਾਏ ਤਾਂਪੁਰ ਘੇਰੋ ਡਾਰਾ। ਉਸੇ ਟਾਈਮ ਆਪਣੀਆਂ ਫੌਜਾਂ ਨੂੰ ਭੇਜ ਕੇ ਗੋਪਾਲ ਚੰਦ ਗੁਲੇਰੀਏ ਦੀ ਰਿਆਸਤ ਰਾਜਧਾਨੀ ਨੂੰ ਜਾ ਕੇ ਚਾਰੇ ਪਾਸਿਓਂ ਘੇਰਾ ਪਾ ਲੈਂਦੇ ਹਨ। ਵਸਤ ਵੇਰ ਤੇ ਪਹੁੰਚਦ ਅੰਤਰ। ਚਾਰੇ ਪਾਸਿਓਂ ਘੇਰਾ ਪਾ ਕੇ ਜੋ ਬਾਹਰੋਂ ਵਸਤੂਆਂ ਇਸ ਦੇ ਕਿਲੇ ਦੇ ਵਿੱਚ ਭੇਜੀਆਂ ਜਾਂਦੀਆਂ ਸਨ, ਲਿਜਾਈਆਂ ਜਾਂਦੀਆਂ ਸਨ, ਉਹ ਸਾਰੀਆਂ ਦੀਆਂ ਸਾਰੀਆਂ ਬੰਦ ਕਰ ਦਿੰਦੇ ਹਨ। ਰਾਖੀ ਸਗਰੀ ਵਰਜ ਨਿਰੰਤਰ। ਸਭ ਨੂੰ ਇਸ ਕਿਲੇ ਦੇ ਵਿੱਚੋਂ ਆਉਣਾ ਜਾਣਾ ਬੰਦ ਕਰ ਦਿੱਤਾ। ਤਿਰਨ ਅਨਾਦਿਕ ਸਕਲ ਹਟਾਇਓ। ਔਰ ਜੋ ਵਸਤੂਆਂ ਖਾਣ ਪੀਣ ਦੀਆਂ ਚੀਜ਼ਾਂ ਔਰ ਦੂਸਰਾ ਘੋੜੇ ਹਾਥੀਆਂ ਦੇ ਵਾਸਤੇ ਜੋ ਦਾਣਾ ਪੱਠਾ ਆਦਿ ਸੀ ਇਹ ਵੀ ਅੰਦਰ ਜਾਣਾ ਬੰਦ ਕਰ ਦਿੱਤਾ। ਹਤੋ ਹੇਲ ਕਰ ਪਾਖ ਪਟਾਇਓ। ਚਾਰੇ ਪਾਸੇ ਇਸ ਦੀ ਰਾਜਧਾਨੀ ਨੂੰ ਘੇਰਾ ਪਾਇਆ ਤੇ ਹੁਣ ਆਪਣੇ ਮਨ ਦੇ ਵਿੱਚ ਇਹ ਸੋਚਦਾ ਹੈ ਕਿ ਇਸ ਗੋਪਾਲ ਚੰਦ ਗੁਲੇਰੀਏ ਨੂੰ ਇਸ ਦੇ ਉੱਪਰ ਹਮਲਾ ਕਰਕੇ ਇਸ ਨੂੰ ਖਤਮ ਕਰਕੇ ਇਸ ਦੀ ਰਾਜਧਾਨੀ ਨੂੰ ਲੁੱਟ ਲੈਣਾ ਹੈ। ਜਬ ਕਜ ਪਹੁੰਚਨ ਦਿਓ ਨਾ ਅੰਤਰ। ਜਦ ਇਸ ਤਰ੍ਹਾਂ ਹੁਣ ਕੁਛ ਵੀ ਅੰਦਰ ਕਿਲੇ ਦੇ ਵਿੱਚ ਨਾ ਪਹੁੰਚਣ ਦਿੱਤਾ। ਸੂਰ ਸਮੋ ਰਿਸਾਏ ਨਿਰੰਤਰ। ਗੋਪਾਲ ਚੰਦ ਗੁਲੇਰੀਏ ਦੇ ਜਿਹੜੇ ਸੂਰਮੇ ਸੀ, ਯੋਧੇ ਸੀ, ਇਹ ਆਪਸ ਵਿੱਚ ਵਿਚਾਰਾਂ ਕਰਦੇ ਹੈ ਕਿ ਜੇ ਇਹਨਾਂ ਨੇ ਇਸੇ ਤਰ੍ਹਾਂ ਘੇਰਾ ਪਾ ਕੇ ਰੱਖਿਆ ਤੇ ਅੰਦਰ ਕੋਈ ਵੀ ਖਾਣ ਪੀਣ ਦੀ ਵਸਤੂ ਨਾ ਪਹੁੰਚਣ ਦਿੱਤੀ, ਫੇਰ ਤੇ ਕਹਿਣਗੇ ਸਾਨੂੰ ਖਾਣ ਪੀਣ ਤੋਂ ਬਿਨਾਂ ਸਰੀਰ ਕਮਜ਼ੋਰ ਹੋ ਜਾਣਗੇ ਔਰ ਇਹਨਾਂ ਦੇ ਨਾਲ ਜੰਗ ਯੁੱਧ ਕਰਨਾ ਬੜਾ ਔਖਾ ਹੋ ਜਾਵੇਗਾ। ਕਹਿਓ ਗੋਪਾਲ ਸੰਗ ਰਣ ਕਰੈ। ਤੇ ਉਹ ਗੋਪਾਲ ਚੰਦ ਨੂੰ ਕਹਿਣ ਲੱਗੇ ਕਿ ਹੁਣੇ ਹੀ ਮੌਕਾ ਹੈ, ਆਪਾਂ ਆਪਣੀ ਸਾਰੀ ਫੌਜ ਨੂੰ ਲੈ ਕੇ ਇਹਨਾਂ ਦੇ ਨਾਲ ਯੁੱਧ ਕਰਦੇ ਹਾਂ। ਨਿਕਸ ਵਹਿਰ ਹਮ ਹੱਥ ਹੱਥ ਲੜੈ। ਤਾਂ ਉਹ ਕਹਿਣ ਲੱਗੇ ਕਿ ਅਸੀਂ ਇਸ ਕਿਲੇ ਦੇ ਵਿੱਚੋਂ ਬਾਹਰ ਨਿਕਲ ਕੇ ਸ਼ਸਤਰ ਮਾਰ ਕੇ ਇਹਨਾਂ ਦੀ ਸੈਨਾ ਦੇ ਉੱਪਰ ਜਿੱਤ ਪ੍ਰਾਪਤ ਕਰਾਂਗੇ। ਨਿਰਪਸੁਨ ਤੀਰਜ ਪਟਨ ਅਲਾਇਓ। ਗੋਪਾਲ ਚੰਦ ਨੇ ਇਹ ਗੱਲਾਂ ਆਪਣੇ ਯੋਧੇ ਸੂਰਮਿਆਂ ਦੀਆਂ ਸੁਣੀਆਂ ਤੇ ਉਹਨਾਂ ਨੂੰ ਧੀਰਜ ਦਿੱਤਾ। ਕਹਿਣ ਲੱਗੇ ਕਿ ਕੁਝ ਕੁ ਟਾਈਮ ਠਹਿਰੋ, ਧੀਰਜ ਰੱਖੋ, ਆਪਾਂ ਕਿਸੇ ਸਕੀਮ ਦੇ ਨਾਲ ਇਹਨਾਂ ਤੇ ਜਿੱਤ ਪ੍ਰਾਪਤ ਕਰਨੀ ਹੈ। ਸੰਧ ਕਰਨ ਕੋ ਦੂਤ ਪਠਾਇਓ। ਤਾਂ ਪਹਿਲੇ ਉਸਨੇ ਫਿਰ ਕੀ ਕੀਤਾ, ਸਭ ਕੁਝ ਸੋਚ ਵਿਚਾਰ ਕੇ ਕਹਿਣ ਲੱਗਿਆ
ਕਿ ਇੱਕ ਵਾਰ ਤੇ ਆਪਾਂ ਨੂੰ ਹੁਸੈਨੀ ਦੇ ਨਾਲ ਮੇਲ ਮਿਲਾਪ ਕਰਨਾ ਹੀ ਪਵੇਗਾ। ਉਸਨੇ ਇੱਕ ਆਪਣਾ ਦੂਤ ਹੁਸੈਨੀ ਦੇ ਨਾਲ ਮਿਲਾਪ ਕਰਨ ਦੇ ਵਾਸਤੇ ਦੁਬਾਰਾ ਭੇਜ ਦਿੱਤਾ। ਉਹ ਤੋ ਗੁਲਾਮ ਦਿਲਾਵਰ ਖਾਨਾ, ਜੋ ਦਿਲਾਵਰ ਖਾਂ ਦਾ ਗੁਲਾਮ ਸੀ ਹੁਸੈਨੀ, ਇਸ ਦੇ ਪਾਸ ਜਦ ਦੂਤ ਆ ਕੇ ਪਹੁੰਚਦਾ ਹੈ, ਫਿਰ ਹੁਸੈਨ ਖਾਨ ਗਰਬਾਨਾ, ਦੂਤ ਨੂੰ ਦੇਖ ਕੇ ਹੁਸੈਨੀ ਫਿਰ ਹੰਕਾਰ ਕਰਦਾ ਹੈ। ਹੁਸੈਨ ਪਠਾਨੀ ਜਾਨ ਮਹਾਨੀ, ਆਪਣੀ ਬੜੀ ਪਠਾਨੀ ਫੌਜ ਨੂੰ ਜਾਣਦਾ ਹੈ ਕਿ ਬੜਾ ਵੱਡਾ ਲਸ਼ਕਰ ਪਠਾਨਾਂ ਦਾ, ਮੁਗਲਾਂ ਦਾ ਮੇਰੇ ਨਾਲ ਹੈ। ਲੜ ਕਰ ਮਾਰੋ ਮਸਲਤ ਠਾਨੀ, ਉਸਨੇ ਇਹੀ ਸਲਾਹ ਆਪਣੇ ਮੰਤਰੀਆਂ ਦੇ ਨਾਲ ਕੀਤੀ, ਵਜ਼ੀਰਾਂ ਦੇ ਨਾਲ ਕੀਤੀ ਕਿ ਦੇਖੋ ਮੈਂ ਤੇ ਹੁਣ ਗੋਪਾਲ ਚੰਦ ਗੁਲੇਰੀਏ ਨੂੰ ਜੰਗ ਕਰਕੇ ਖਤਮ ਹੀ ਕਰਨਾ ਹੈ। ਦੂਤ ਆਨ ਜਬ ਬਾਤ ਸੁਨਾਈ, ਜਦ ਦੂਤ ਨੇ ਆ ਕੇ ਸਾਰੀ ਵਾਰਤਾ ਦੱਸੀ ਨੈ ਮਾਨੀ ਰਿਸ ਧਾਰ ਅਲਾਈ, ਤਾਂ ਹੁਸੈਨੀ ਨੇ ਕ੍ਰੋਧ ਦੇ ਵਿੱਚ ਆ ਕੇ ਉਸ ਦੂਤ ਦੀ ਕੋਈ ਗੱਲ ਨਹੀਂ ਮੰਨੀ। 10,000 ਅਵ ਧਨ ਗਿਣ ਲੈਹੋ, ਫਿਰ ਸੋਚ ਵਿਚਾਰ ਕੇ ਕਹਿਣ ਲੱਗਿਆ ਕਿ ਜੇਕਰ 10,000 ਧਨ ਦੌਲਤ ਲੈ ਕੇ ਮੇਰੇ ਪਾਸ ਆਵੇਗਾ ਤੋ ਗੋਪਾਲ ਕੋ ਰਸ ਰਖਵੈ ਹੋ, ਫਿਰ ਤੇ ਗੋਪਾਲ ਦਾ ਰਸ ਸਾਡੇ ਨਾਲ ਰਹਿ ਸਕਦਾ ਹੈ, ਮੇਲ ਮਿਲਾਪ ਹੋ ਸਕਦਾ ਹੈ, ਨਹੀਂ ਤੇ ਕਦੇ ਵੀ ਉਸ ਨੂੰ ਅਸੀਂ ਆਪਣੀ ਫੌਜ ਦੇ ਵਿੱਚ ਨਹੀਂ ਮਿਲਾਵਾਂਗੇ। ਨਾਏ ਤਾਂ ਲੜ ਕਰ ਛੀਨੋ ਰਾਜ, ਜੇਕਰ 10,000 ਲੈ ਕੇ ਨਹੀਂ ਪਹੁੰਚੇਗਾ ਤੇ ਫਿਰ ਉਸ ਦੇ ਨਾਲ ਜੰਗ ਕਰਕੇ ਉਸ ਦਾ ਰਾਜ ਭਾਗ ਖੋਹ ਲਵਾਂਗੇ। ਲੂਟ ਲੈਓ ਸਗਲ ਸਮਾਜ, ਜੰਗ ਕਰਕੇ ਉਹਨਾਂ ਦਾ ਸਾਰਾ ਸਾਜੋ ਸਮਾਨ ਅਸੀਂ ਲੁੱਟ ਲੈਣਾ ਹੈ। ਇਸ ਪ੍ਰਕਾਰ ਜਾ ਫਿਰੇ ਦੁਬਾਰੇ, ਇਸ ਤਰ੍ਹਾਂ ਜਦ ਦੂਤ ਸੈਨਾ ਦੇ ਵਿੱਚ ਉਧਰ ਫਿਰਦੇ ਹਨ ਸ੍ਰੀ ਗੁਰ ਕੇ ਪਟ ਕਿਤਕ ਹਕਾਰੇ, ਤਾਂ ਗੋਪਾਲ ਚੰਦ ਗੁਲੇਰੀਏ ਨੇ ਕੀ ਕੀਤਾ, ਆਪਣੇ ਮੰਤਰੀਆਂ ਦੇ ਨਾਲ ਸਲਾਹ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਪਾਸ ਆਪਣਾ ਦੂਤ ਭੇਜਿਆ ਕਿ ਗੁਰੂ ਮਹਾਰਾਜ ਜੀ ਮੈਂ ਆਪ ਜੀਆਂ ਦੀ ਸ਼ਰਨ ਆਇਆ ਹਾਂ। ਰਾਜਾ ਗੋਪਾਲ ਚੰਦ ਗੁਲੇਰੀਆ ਆਪ ਜੀਆਂ ਦੀ ਸ਼ਰਨ ਹੈ, ਆਪ ਜੀ ਕਿਰਪਾ ਕਰਕੇ ਇਸ ਔਖੀ ਘੜੀ ਦੇ ਵਿੱਚ ਉਸ ਗੋਪਾਲ ਚੰਦ ਗੁਲੇਰੀਏ ਦੀ ਮਦਦ ਕਰੋ। ਤਾਂ ਗੁਰੂ ਮਹਾਰਾਜ ਜੀਆਂ ਦੇ ਪਾਸ ਜਦ ਆਪਣਾ ਦੂਤ ਭੇਜਦਾ ਹੈ, ਹੁਣ ਅੱਗੇ ਜਿਸ ਪ੍ਰਕਾਰ ਗੁਰੂ ਮਹਾਰਾਜ ਜੀਆਂ ਨੇ ਭਾਈ ਸੰਗਤੀਆ ਸਿੰਘ ਨੂੰ ਗੋਪਾਲ ਚੰਦ ਗੁਲੇਰੀਏ ਦੀ ਮਦਦ ਦੇ ਵਾਸਤੇ ਭੇਜਣਾ ਹੈ, ਔਰ ਅੱਗੇ ਇਹ ਜੰਗ ਛਿੜ ਕੇ ਆਪਣੀਆਂ ਹੀ ਇਹਨਾਂ ਦੀਆਂ ਫੌਜਾਂ ਦੇ ਵਿੱਚ ਜੰਗ ਛਿੜ ਕੇ ਹੁਸੈਨੀ ਦਾ ਅੰਤ ਹੋਣਾ ਹੈ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਵੇਗੀ। ਇਉਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਸਿੱਖ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਸ੍ਰੀ ਗੁਰ ਕੇ ਪਟ ਕਿਤਕ ਹਕਾਰੇ, ਆਨ ਬੇਨਤੀ ਜਬੈ ਉਚਾਰੀ, ਨਿਰਭ ਗੋਪਾਲ ਸ਼ਰਨ ਤੁਹਾਰੀ, ਆਨ ਬੇਨਤੀ ਜਬੈ ਉਚਾਰੀ, हे अच्युत हे पार ब्रह्म अविनाशी अगन।